कहा बुद्ध प्रभ तुच्छ हमारी, वर्ण सकै महिमा जो तिहारी। हम न सकत कर सिफत तुम्हारी, आप लेहो तुम कथा सुधारी। मुँह की उचरै शास्त्र खट, पिंग गिरन चढ़ जाय। अंध लखाए बदरो सुनै, जो काल कृपा कराय। अंध लखाए बदरो सुनै, जो काल कृपा कराय। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੈ, ਹਉਮੈ ਸ਼ਬਦ ਜਲਾਏ। ਏ ਮਨ ਹਰਿ ਜੀ ਧਿਆਏ ਤੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸ਼ਬਰ ਛਤਰ ਤਖਤ ਦੇ ਮਾਲਕ, ਪਦਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਰਾਜਹਾਨ ਰਾਜ ਬਹਾਨਾਨ, ਬਹਾਨ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਧੰਨਤਾ ਯੋਗ ਹੋ। ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠੇ ਹੋ। ਨਾਲ ਹੀ ਸਤਿਗੁਰੂ ਮਹਾਰਾਜ ਜੀ ਦੇ ਫਰਜ਼ੰਦ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰ ਰਹੇ ਹੋ। ਧੰਨਤਾ ਯੋਗ ਹੋ। ਸੋ ਹੁਕਮ ਜਿਵੇਂ ਮਹਾਂਪੁਰਖਾਂ ਦੇ ਜੀਵਨ ਬਾਬਤ ਗੁਰਮੁਖ ਪਿਆਰਿਆਂ ਪਾਸੋਂ ਹੋਇਆ ਹੈ, ਜੀਵਨ ਵਾਸਤੇ ਉਹਨਾਂ ਨੇ ਸਾਧ ਸੰਗਤ ਸਿੰਘਾਂ ਨੇ ਬਹੁਤ ਭਾਰੀ ਚੰਗਾ ਉਦਮ ਕੀਤਾ ਹੈ। ਇੰਗਲਿਸ਼ ਦੇ ਵਿੱਚ ਵੀ ਜੀਵਨ ਗਿਆਨੀ ਜੀਵਨਪਾਲ ਸਿੰਘ ਜੀ ਹੁਣੀ ਤਿਆਰ ਕੀਤਾ ਹੈ ਪੜ੍ਹਨ ਵਾਸਤੇ, ਜੋ ਕਿ ਗਿਆਨੀ ਕਿਰਪਾਲ ਸਿੰਘ ਜੀ ਨੇ ਸੰਤ ਗਿਆਨੀ ਮੋਹਨ ਸਿੰਘ ਜੀ ਦਾ ਲਿਖਿਆ ਹੈ। ਦਰਖਤ ਹੈ, ਜੜ੍ਹਾਂ ਹੁੰਦੀਆਂ, ਮੁੱਢ ਹੁੰਦਾ, ਅੱਗੇ ਟਾਹਣੀਆਂ ਨੇ। ਪਹਿਲਾਂ ਟਾਹਣਾ ਹੁੰਦਾ, ਫਿਰ ਟਾਹਣੀ ਹੁੰਦੀ। ਇਹ ਭਾਸ਼ਾ ਦੀ ਵਿਸ਼ੇਸ਼ਤਾ ਵੀ ਹੁੰਦੀ ਸਾਧ ਸੰਗਤ ਜੀ। ਇੰਗਲਿਸ਼ ਵਿੱਚ ਬੰਦਾ ਲਿੰਗ ਪੁਲਿੰਗ ਹੁੰਦਾ, ਜਿਹੜੀ ਉਹਦੀ ਕਿਰਿਆ ਉਹ ਲਿੰਗ ਪੁਲਿੰਗ ਨਹੀਂ ਹੁੰਦੀ। ਜੇ ਤੁਸੀਂ ਕਹਿਣਾ ਨਾ ਵੀ ਉਹ ਪਾਣੀ ਪੀਂਦਾ, ਪੀਂਦਾ ਅਤੇ ਪੀਂਦੀ ਬਦਲ ਜਾਂਦੀ। ਇੰਗਲਿਸ਼ ਵਿੱਚ ਡਰਿੰਕ ਹੀ ਰਹਿੰਦਾ, ਹੀ ਡਰਿੰਕ ਸ਼ੀ ਡਰਿੰਕ। ਇਹ ਆਪਣੀ ਗੁਰਮੁਖੀ ਭਾਸ਼ਾ ਦੀ ਵਿਸ਼ੇਸ਼ਤਾ। ਹੋਰ ਵੀ ਬੇਅੰਤ ਨੇ ਸਾਧ ਸੰਗਤ ਜੀ, ਵੱਖਰਾ ਵਿਸ਼ਾ। ਜਿਵੇਂ ਟਾਹਣਾ, ਉਹਦੀਆਂ ਸਾਧ ਸੰਗਤ ਜੀ ਅੱਗੇ ਛੋਟੀਆਂ ਛੋਟੀਆਂ ਟਾਹਣੀਆਂ ਹੋਰ ਬੇਅੰਤ ਸਾਖਾਂ ਹੁੰਦੀਆਂ, ਪਰ ਉਹਨਾਂ ਸਾਰਿਆਂ ਦਾ ਮੁੱਢ ਸਾਧ ਸੰਗਤ ਜੀ ਜੜ ਹੋਇਆ ਕਰਦੀ, ਇੱਕੋ ਹੀ ਰੂਪ ਹੋਇਆ ਕਰਦਾ। ਟਾਹਣੀਆਂ ਆਪਸ 'ਚ ਨਹੀਂ ਭਿੜਦੀਆਂ ਕਦੇ। ਇਸੇ ਤਰ੍ਹਾਂ ਪੁਰਾਣੇ ਸਮਿਆਂ ਤੋਂ ਸਾਧ ਸੰਗਤ ਜੀ ਸਾਧੂ ਮਹਾਤਮਾ ਮਹਾਰਾਜ ਜੀ ਨੇ ਵਿੱਦਿਆ ਦੀ ਪ੍ਰਣਾਲੀ ਦਮਦਮੀ ਟਕਸਾਲ ਨੂੰ ਚਲਾਉਣਾ ਕੀਤਾ। ਬੇਅੰਤ ਇਹਦੀਆਂ ਸਾਧ ਸੰਗਤ ਜੀ ਟਾਹਣੀਆਂ। ਟਾਹਣੀਆਂ ਤੋਂ ਅੱਗੇ ਬੇਅੰਤ ਸਾਖਾ ਨੇ। ਜਿੱਥੇ ਜਿੱਥੇ ਕਿਸੇ ਸਾਧੂ ਮਹਾਤਮਾ ਨੇ ਪ੍ਰਚਾਰ ਕੀਤਾ, ਕੋਈ ਅਸਥਾਨ ਬਣਾਇਆ, ਉੱਥੇ ਕਰਕੇ ਉਹ ਸਾਧ ਸੰਗਤ ਜੀ ਜਾਣੇ ਗਏ। ਸੰਤ ਬਾਬਾ ਬਿਸ਼ਨ ਸਿੰਘ ਜੀ, ਉਹਨਾਂ ਤੋਂ ਬਾਅਦ ਵਿੱਚ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਹੋਏ। ਜਿਹੜਾ ਅਸਥਾਨ ਭਿੰਡਰਾਂ ਹੈ, ਇਹ ਸੰਤ ਸੁੰਦਰ ਸਿੰਘ ਜੀ ਉਹਨਾਂ ਦੇ ਆਪਣੀ ਜਿੱਦੀ ਜ਼ਮੀਨ ਸੀ। ਇੱਥੇ ਸਾਧ ਸੰਗਤ ਜੀ ਜਪ ਤਪ ਆਪ ਜੀ ਦੇ ਪਿਤਾ ਜੀ ਨੇ ਬੇਅੰਤ ਕੀਤਾ। ਇਹ ਸਾਧ ਸੰਗਤ ਜੀ ਇੱਥੇ ਫਿਰ ਰਹਿ ਕਰਕੇ
ਸਿੰਘਾਂ ਕੋਲੋਂ ਬੇਅੰਤ ਜਪਜੀ ਸਾਹਿਬ ਦੇ ਪਾਠ, ਅਤੇ ਇੱਥੇ ਜੋ ਕਿ ਉਹ ਸਾਖੀ ਸਾਧ ਸੰਗਤ ਜੀ ਆਪਾਂ ਜਾਣਦੇ ਵੀ ਜਦੋਂ ਕੰਧਾਂ ਦੇ ਵਿੱਚੋਂ ਵੀ ਮਹਾਂਪੁਰਖਾਂ ਨੂੰ ਪੁੱਛਿਆ ਸੀ ਵੀ ਸਾਰੀ ਧਰਤੀ ਜਪਦੀ ਹੈ, ਧਰਤ ਆਕਾਸ਼ ਪਤਾਲ ਸਭ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁੰਦਾ, ਵੀ ਮਹਾਂਪੁਰਖ ਸੱਚੀ ਹੁੰਦਾ। ਫਿਰ ਉਹ ਸਿੰਘਾਂ ਨੂੰ ਸਾਧ ਸੰਗਤ ਜੀ 40 ਦਿਨ ਜਾਪ ਲਾ ਕੇ ਜਿੱਥੇ ਕੰਧਾਂ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਦੀਆਂ ਧੁਨੀਆਂ ਸੁਣਾਈਆਂ ਸੀ, ਉਹ ਅਸਥਾਨ ਵੀ ਇੱਥੇ ਭਿੰਡਰਾਂ ਹੀ ਆ। ਅਤੇ ਉਹ ਮਹਾਂਪੁਰਖਾਂ ਨੇ ਸੰਤ ਸੁੰਦਰ ਸਿੰਘ ਜੀ ਉਹਨਾਂ ਨੇ ਕਮਾਈ ਕੀਤੀ। ਉਹਨਾਂ ਤੋਂ ਬਾਅਦ ਵਿੱਚ ਜਿਹੜਾ ਇਹ ਅਸਥਾਨ ਸੀ, ਕਿਉਂਕਿ ਸੰਤ ਸੁੰਦਰ ਸਿੰਘ ਜੀ ਤੋਂ ਬਾਅਦ 'ਚ ਉਹਨਾਂ ਦੇ ਭਰਾਤਾ ਸੰਤ ਇੰਦਰ ਸਿੰਘ ਜੀ ਨੂੰ, ਕਿਉਂਕਿ ਜੱਦੀ ਜ਼ਮੀਨ ਹੋਣ ਕਰਕੇ ਉਹਨਾਂ ਦੇ ਨਾਮ ਸੀ। ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪ ਜੀ ਸਾਧ ਸੰਗਤ ਜੀ ਵਿਚਰ ਕੇ ਬਹੁਤ ਪ੍ਰਚਾਰ ਕਰਿਆ ਕਰਦੇ ਸੀ, ਪਰ ਗਰਮੀਆਂ ਦੇ ਵਿੱਚ ਜਥਾ ਲੈ ਕੇ ਪਿੰਡੋਂ ਪਿੰਡ ਜਾਣਾ ਕਈ ਵੇਲੇ ਔਖਾ ਹੋ ਜਾਂਦਾ ਸੀ। ਫਿਰ ਉਹਨਾਂ ਨੂੰ ਟਿਕਾ ਵਾਸਤੇ ਇੱਥੇ ਰਿਹਾ ਕਰਦੇ ਸੀ ਭਿੰਡਰਾਂ, ਜੋ ਕਿ ਭਿੰਡਰ ਕਲਾਂ ਵਿੱਚ ਸਥਾਨ ਹੈ ਜਿੱਥੋਂ ਇਹ ਭਿੰਡਰਾਂ ਵਾਲੇ ਸਾਧ ਸੰਗਤ ਜੀ ਪ੍ਰਸਿੱਧ ਹੋਇਆ ਸਾਰੀ ਦੁਨੀਆ। ਸੰਤ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਕੋਲੋਂ ਬੇਅੰਤ ਵਿਦਿਆਰਥੀਆਂ ਨੇ ਪੜ੍ਹਿਆ। ਸੰਤ ਸੁੰਦਰ ਸਿੰਘ ਜੀ ਉਹਨਾਂ ਦੇ ਬੇਅੰਤ ਵਿਦਿਆਰਥੀ ਹੋਏ। ਸੰਤ ਨਰੈਣ ਸਿੰਘ ਜੀ ਲਧਾਈਕੇ ਵਾਲੇ, ਕੱਲੇ ਜਿੰਨੇ ਵੀ ਸਿੰਘ ਪੜ੍ਹੇ ਸਾਧ ਸੰਗਤ ਜੀ ਜਪੀ ਤਪੀ ਹੋਏ। ਇੱਕ ਇੱਕ ਮਹਾਤਮਾ, ਇੱਕ ਸੰਤ ਹੋਇਆ। ਸੰਤ ਅਰਥ ਸ਼ਾਂਤ ਆਤਮਾ, ਅਤੇ ਸੰਤਾਂ ਦੀ ਪਰਿਭਾਸ਼ਾ ਸਾਧ ਸੰਗਤ ਜੀ ਬੜੀ ਲੰਬੀ ਚੌੜੀ ਹੈ। ਅਤੇ ਜਿਨ੍ਹਾਂ ਸੰਤਾਂ ਨੂੰ ਸਾਧ ਸੰਗਤ ਜੀ ਯਾਦ ਕਰ ਰਹੇ ਹਾਂ, ਸੰਤਾਂ ਦੇ ਸੰਤ ਸੀ, ਉਸਤਾਦਾਂ ਦੇ ਉਸਤਾਦ, ਭਜਨੀਆਂ ਦੇ ਤਪੀਆਂ ਦੇ ਤਪੀ ਸੀ। ਆਮ ਹੈ ਹਰੇਕ ਕੋਈ ਆਪਣੇ ਨਾਮ ਦੇ ਮੂਹਰੇ ਚਾਹੁੰਦਾ ਵੀ ਮੇਰੇ ਨਾਮ ਦੇ ਮੂਹਰੇ ਗਿਆਨੀ ਲਾਓ, ਸੰਤ ਲਾਓ, 2 ਅੱਖਰ ਪੜ੍ਹ ਕੇ। ਜਿਨ੍ਹਾਂ ਨੇ ਨਹੀਂ ਵੀ ਪੜ੍ਹਿਆ ਹੁੰਦਾ ਉਹ ਵੀ ਸੰਤ ਅਖਵਾਉਂਦਾ, ਬਾਅਦ 'ਚ ਭਾਵੇਂ ਬਦਲ ਕੇ ਭਾਈ ਲਾ ਲਵੇ। ਐਦਾ ਹੈ, ਸਭ ਦੁਨੀਆ 'ਚ ਪ੍ਰਸਿੱਧੀ ਕਰਾ ਕੇ ਸਭ ਚਾਹੁੰਦੇ ਆਪਣੇ ਨੇਰੇ ਨਾਮ ਨਾਲ ਤਖੱਲਸ ਲਾਓ, ਸਰਦਾਰ ਲਾਓ। ਅਤੇ ਮਹਾਂਪੁਰਖਾਂ ਦਾ ਇਹੋ ਜਿਹਾ ਅਸੀਂ ਸਿੰਘ ਦੱਸਦੇ, ਕਹਿੰਦੇ ਕਦੇ ਸੰਤ ਗਿਆਨੀ ਲਾਉਣ ਨਹੀਂ ਸੀ ਦਿੰਦੇ, ਬੋਲਣ ਨਹੀਂ ਸੀ ਦਿੰਦੇ। ਤਿਆਗ ਸੀ ਉਹਨਾਂ ਅੰਦਰ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਜਿੰਨੇ ਸਿੰਘ ਰਹਿੰਦੇ ਸੀ, ਜਿਵੇਂ ਸਾਖਾਂ ਹੁੰਦੀਆਂ ਨਾ, ਕਈ ਤਾਂ ਆਪਣੇ ਵਿੱਚ ਇਹੋ ਵੀ ਹਜੇ ਸੁਭਾਅ ਹੈ ਸਾਧ ਸੰਗਤ ਜੀ ਆਪਾਂ ਕਦੇ ਰਹੇ ਹੁੰਦੇ ਨਹੀਂ, ਲੜਾਈ ਜ਼ਰੂਰ ਉਹ ਰੱਖਣੀ ਹੈ। ਕਿਉਂਕਿ ਸੰਤ ਕਰਤਾਰ ਸਿੰਘ ਜੀ ਆਪ ਜੀ ਸਾਧ ਸੰਗਤ ਜੀ ਮਹਿਤੇ ਆ ਕੇ ਸਥਾਨ ਬਣਾ ਕੇ ਆਪ ਜੀ ਫਿਰ ਮਹਿਤੇ ਵਾਲੇ ਬਣੇ। ਇਹ ਸਥਾਨ ਦੀ ਸੇਵਾ ਆਪ ਜੀ ਨੇ ਸਾਂਭੀ। ਜਿਹੜੀ ਭਿੰਡਰਾਂ ਮੇਨ ਸਥਾਨ ਦੀ ਸੇਵਾ ਸੀ ਉਹ ਸਾਧ ਸੰਗਤ ਜੀ ਸੰਤ ਮੋਹਨ ਸਿੰਘ ਜੀ ਉਹਨਾਂ ਨੂੰ ਬਖਸ਼ੀ ਸਿੰਘਾਂ ਨੇ। ਸੰਤ ਗੁਰਬਚਨ ਸਿੰਘ ਜੀ ਜਦੋਂ ਚੜ੍ਹਾਈ ਕਰ ਗਏ, ਜਿਹੜੇ ਪੁਰਾਣੇ ਸਿੰਘ ਸੀ ਉਹਨਾਂ ਨੇ ਜ਼ੋਰ ਪਾ ਕੇ ਹੁਕਮ ਕਰਕੇ 5 ਸਿੰਘਾਂ ਨੇ ਲਿਆਂਦਾ ਸੀ। ਪੁਰਾਣੇ ਜਿਹੜੇ ਸਿੰਘ ਨੇ ਉੱਥੇ ਸੀਗੇ ਉਹਨਾਂ ਨੂੰ ਪੁੱਛ ਕੇ ਦੇਖ ਲਓ, ਧੀਰੇ ਪੱਤਰੇ ਸੀ, ਆਉਂਦੇ ਨਹੀਂ ਸੀ। ਕਹਿੰਦੇ ਭਾਈ 5 ਸਿੰਘਾਂ ਨੇ ਹੁਕਮ ਕੀਤਾ, ਕਹਿੰਦੇ ਸਾਂਭਣੀ ਪੈਣੀ ਆ, ਤਾਂ ਆਏ ਸੀ ਆਪ ਜੀ ਇੱਥੇ। ਸੋ ਇਸ ਕਰਕੇ ਸਾਧ ਸੰਗਤ ਜੀ ਉਹ ਮਹਾਂਪੁਰਖਾਂ ਦਾ ਨਾਮ ਸੰਤ ਮੋਹਨ ਸਿੰਘ ਜੀ ਹੋਣੇ ਕਰਕੇ ਉਹ ਮੋਹ ਨਾ ਮੋਹਨ, ਮੋਹ ਨਾ ਮੋਹਤ ਸਭੈ ਮਨ, ਮੋਹਨ ਸਭ ਹੀ ਕੀਨ, ਮੋਹਨ ਮੈਂ ਮਨ ਮੋਹਿਓ, ਮੋਹਨ ਮਰਦਨ ਕੀਨ। ਰੂਪਦੀਪ ਜਿਨ੍ਹਾਂ ਨੇ ਪੜ੍ਹਿਆ ਹੁੰਦਾ ਜਾਂ ਛੰਦ ਦਿਵਾਕਰ ਜਿਨ੍ਹਾਂ ਨੇ ਸਾਧ ਸੰਗਤ ਜੀ ਗ੍ਰੰਥ ਪੜ੍ਹੇ ਹੋਣ, ਉਹਨਾਂ ਨੂੰ ਪਤਾ ਬਈ ਇਹਦੇ ਵਿੱਚ ਯਮਕ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ। 6 ਅਨੁਪ੍ਰਾਂਸ ਇਹਦੇ ਵਿੱਚ ਵਰਤਿਆ ਗਿਆ ਹੈ। ਇਹ ਕਾਵਿ ਦੇ ਸਾਧ ਸੰਗਤ ਜੀ ਅਲੰਕਾਰ ਨੇ। 6 ਅਨੁਪ੍ਰਾਂਸ ਗੁਰਬਾਣੀ ਸੌਖੀ ਤੋਂ ਸੌਖੀ ਵੀ ਮਹਾਰਾਜ ਜੀ ਨੇ ਰੱਖੀ ਵੀ ਸਾਰਿਆਂ ਨੂੰ ਸਮਝ ਆ ਜਾਵੇ। ਜੇ ਕੋਈ ਵਿਦਵਾਨ ਕਹੇ ਨਾ ਵੀ ਮਹਾਰਾਜ ਜੀ ਨੇ ਗੁਰਬਾਣੀ ਤਾਂ ਬਹੁਤ ਸੁਖੈਨ ਰੱਖੀ, ਉਹਦੇ ਵਿੱਚ ਹੈ ਕਿ ਫਿਰ ਇਹ ਚੀਜ਼ਾਂ ਸੁਣਾਈ ਦੀਆਂ। ਗਾਵੈ ਕੋ ਵਿਦਿਆ ਵਿਖਮ ਵਿਚਾਰ, 6 ਅਨੁਪ੍ਰਾਂਸ ਇਹਦੇ ਵਿੱਚ ਵਾਵਾ 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 ਵਿਦਿਆ ਵਿਖਮ ਵਿਚਾਰ, ਦਰਸ਼ਨ ਪਰਸਨ ਸਰਸਰ ਹਰਸਨ, ਸਨ ਸਨ ਮਗਰ ਲੱਗਦਾ। ਕਠਨ ਤੋਂ ਕਠਨ ਵੀ, ਸੌਖੀ ਤੋਂ ਸੌਖੀ ਵੀ। ਇਹਦੇ ਵਿੱਚ ਮੋਹਨ ਮੈਂ ਮਨ ਮੋਹਿਓ, ਮੋਹਨ ਮਰਦਨ ਹੀਨ। 2 ਵਾਰ ਮੋਹਨ ਹੈ। ਇੱਕ ਵਾਰ ਨੰਨੇ ਨੂੰ ਸਿਹਾਰੀ ਨਾਲ ਆ, ਇੱਕ ਵਾਰ ਮੁਕਤਾ ਹੈ। ਜਿੱਥੇ ਮੁਕਤਾ ਉੱਥੇ ਸਾਧ ਸੰਗਤ ਜੀ ਪੁਰਸ਼ ਵਾਚਕ ਪਰਮੇਸ਼ਰ ਦਾ ਵਾਚਕ ਹੈ, ਜਿੱਥੇ ਨੰਨੇ ਨੂੰ ਸਿਹਾਰੀ ਉਹ ਇਸਤਰੀ ਲਿੰਗ ਹੈ। ਸਿਹਾਰੀਆਂ ਮਗਰ ਲੱਗੀਆਂ ਨਾ, ਔਂਕੜ ਦਲੈਂਕੜ ਲੱਗੇ ਹੁੰਦੇ ਗੁਰਬਾਣੀ 'ਚ, ਵੀ ਮਹਾਰਾਜ ਨੇ ਕਿਤੇ ਉੱਦਾਂ ਹੀ ਨਹੀਂ ਲਾਤੀਆਂ। ਲਿੰਗ ਪੁਲਿੰਗ ਦਾ ਫਰਕ ਪੈ ਜਾਂਦਾ। ਮੋਹਨੀ ਮੋਹਨ ਮਰਦਨ ਕੀਨ, ਜਿਹੜਾ ਮਗਰਲਾ ਮੋਹਨ ਉਹ ਮੋਹਣੀ, ਜਿਹੜੀ ਮੋਹ ਲੈਣ ਵਾਲੀ ਮਾਇਆ ਦਾ ਅਰਥ ਹੈ। ਉਚਾਰਨ ਵਿੱਚ ਮੋਹਨ ਮੋਹਨ ਹੀ ਹੁੰਦਾ। ਸੋ ਇਸ ਕਰਕੇ ਮਹਾਂਪੁਰਖ ਮੋਹ ਨਾ, ਆਪ ਜੀ ਦਾ ਨਾਮ ਉਹਦੇ ਸਾਧ ਸੰਗਤ ਜੀ ਅਰਥ ਨੇ ਇਹ। ਮੋਹ ਨਾ, ਮੋਹ ਨਹੀਂ ਸੀ। 9 ਭੈਣ ਭਰਾ ਸੀ ਆਪ ਜੀ, ਤੇ ਇੰਨੇ ਆਪ ਜੀ ਤਿਆਗੀ ਵਿਰਾਗੀ ਮੋਹ ਨਹੀਂ ਸੀ ਕਰਦੇ। ਜਿੰਨੀ ਜ਼ਮੀਨ ਸੀ ਘਰ ਦੇ ਆ ਕੇ ਕਹਿੰਦੇ ਵੀ ਜ਼ਮੀਨ ਸਾਂਭੋ, ਇੰਨੀ ਕਹਿੰਦੇ ਭਾਈ ਅਸੀਂ ਤਾਂ ਘਰੇ ਰਹੇ ਨਹੀਂ, ਅਸੀਂ ਕੀ ਜ਼ਮੀਨ ਤੋਂ ਲੈਣਾ। ਮੋਹ ਨਾ, ਮੋਹ ਨਹੀਂ ਸੀ। ਰਿਸ਼ਤੇਦਾਰ ਆ ਜਾਵੇ ਨਾ, ਸੰਬਰਨਾਵਾਂ ਦੇ ਵਿੱਚ ਅਨੇਕਾਂ ਗਿਆਨੀ ਸਿੰਘ ਨੇ, ਜਿਸ ਕਿਸੇ ਕੋਲ ਅਸਥਾਨ ਹੁੰਦਾ ਆਪਣੇ ਪਰਿਵਾਰ ਨੂੰ ਦਿੰਦਾ, ਕਹਿੰਦਾ ਮੇਰੇ ਤੋਂ ਬਾਅਦ ਤੂੰ ਅਸਥਾਨ ਸਾਂਭ ਲੈ।
ਦੇਖ ਲਓ, ਨਹੀਂ ਪ੍ਰਤੱਖਵਾਦ ਹੈ। ਭਰਾ ਨੂੰ ਦੇ ਜਾਣਗੇ, ਚਾਚੇ ਦੇ ਮੁੰਡੇ ਤੇ ਤਾਏ ਦੇ ਮੁੰਡੇ ਨੂੰ, ਕਿਸੇ ਨੂੰ ਨਹੀਂ ਦਿੱਤਾ। ਕਹਿੰਦੇ ਭਾਈ ਇਹ ਮੋਹ ਨਹੀਂ। ਇੱਥੇ ਤੱਕ ਆਪ ਜੀ ਦੇ ਭਰਾਤਾ ਬਾਬਾ ਸੰਤਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ, ਜਿਨ੍ਹਾਂ ਨੇ ਦਰਸ਼ਨ ਕੀਤੇ, ਉਹਨਾਂ ਨੂੰ ਪਤਾ ਕਿਹੋ ਜਿਹਾ ਉਹਨਾਂ ਦਾ ਜੀਵਨ ਸੀ। ਪੂਰੀ ਉਮਰ ਸੰਤ ਜਵਾਲਾ ਸਿੰਘ ਜੀ ਦੀ ਆਪ ਜੀ ਨੇ ਸੰਗਤ ਕੀਤੀ। ਪਹਿਲਾਂ ਪਾਕਿਸਤਾਨ ਬਣਨੇ ਤੋਂ ਪਹਿਲਾਂ ਦੀ ਗੱਲ, ਕਹਿੰਦੇ ਆ ਜਾਓ ਸਾਡੇ ਕੋਲ। ਜਦੋਂ ਆਏ ਕਹਿੰਦੇ ਜੋ ਲਿਆਣਾ ਨਹੀਂ ਕੁਝ ਵੀ, ਇਕੱਲੀ ਘੋੜੀ ਸੀ, ਘੋੜੀ ਤੇ ਆ ਗਏ। ਆਨੰਦਪੁਰ ਸਾਹਿਬ ਜਿੱਥੇ ਆਏ, ਕਹਿੰਦੇ ਇੱਥੇ ਹੀ ਬੈਠੇ ਰਹਿਣਾ, ਹੁਣ ਇੱਥੇ ਹੀ ਸੇਵਾ ਕਰਨੀ, ਜਾਣਾ ਨਹੀਂ। ਸਾਰੀ ਉਮਰ ਉੱਥੇ ਰਹੇ ਛੰਨ ਪਾ ਕੇ। ਜਿੰਨੀ ਜ਼ਮੀਨ ਸੀ ਆਲੇ ਦੁਆਲੇ ਸਾਰੀ ਦੀ ਸੇਵਾ ਆਪ ਜੀ ਕਰਦੇ ਸੀ। ਸ਼੍ਰੋਮਣੀ ਕਮੇਟੀ ਨੂੰ, ਮੋਇਆਂ ਦੀ ਮੰਡੀ ਵਾਲਾ ਸਥਾਨ, ਸਾਰੀ ਜ਼ਮੀਨ ਬਾਬਾ ਸੰਤਾ ਸਿੰਘ ਜੀ ਨੇ ਉਹਨਾਂ ਨੂੰ ਦਿੱਤੀ, ਸ਼੍ਰੋਮਣੀ ਕਮੇਟੀ ਨੂੰ। ਉੱਠੇ ਨਹੀਂ ਉੱਥੇ ਹੁਣ ਭਾਈ ਨੰਦ ਲਾਲ ਜੀ ਸਕੂਲ ਬਣਿਆ ਹੋਇਆ, ਛੰਨ ਵਿੱਚ ਆਉਂਦੀ ਸੀ। ਟੌੜਾ ਆ ਕੇ ਕਹਿੰਦਾ ਜੀ ਇੱਥੋਂ ਉੱਠ ਜਾਓ ਤੁਸੀਂ। ਕਹਿੰਦੇ ਬਈ ਸਾਨੂੰ ਹੁਕਮ ਨਹੀਂ, ਕਹਿੰਦੇ ਰਹਾਂਗੇ ਤਾਂ ਇੱਥੇ, ਜੇ ਤੂੰ ਕਹਿੰਦਾ ਚਲੇ ਜਾਂਦੇ। ਕਹਿੰਦੇ ਮਹਾਂਪੁਰਖਾਂ ਦਾ ਹੁਕਮ ਸੀ, ਜੇ ਕੋਈ ਜਾਣ ਨੂੰ ਕਹੂਗਾ ਜਿੱਧਰ ਨੂੰ ਮੂੰਹ ਉਧਰ ਨੂੰ ਚਲੇ ਜਾਏਗੇ। ਕਚਹਿਰਾ ਪਰਨਾ ਚੱਕਿਆ, ਤੁਰਨ ਲੱਗੇ। ਕਹਿੰਦੇ ਨਹੀਂ ਜੀ ਨਹੀਂ, ਇੱਥੇ ਹੀ ਰਹੋ। ਉਹ ਛੰਨ ਹੱਲੇ ਵੀ ਸਕੂਲ ਦੇ ਵਿੱਚ ਆ। ਮਹਾਂਪੁਰਖ ਪਿਛਲੇ ਸਾਲ ਚੜ੍ਹਾਈ ਕਰ ਗਏ। ਉਹ ਸੰਤ ਮੋਹਨ ਸਿੰਘ ਜੀ ਦੇ ਭਰਾ ਦਾ ਸੀ। ਮੋਹਨਾ ਇੰਨੇ ਨਾਲੇ ਜਪੀ ਤਪੀ ਸੀ। ਭਿੰਡਰਾਂ ਆ ਗਏ ਦਰਸ਼ਨ ਕਰਨ ਵਾਸਤੇ, ਸ਼ਾਮਾਂ ਦਾ ਸਮਾਂ ਹੋ ਗਿਆ। ਆਪਾਂ ਜੇ ਕੋਈ ਜਾਣਦਾ ਆ ਜਾਵੇ, ਉਹਦੇ ਵਾਸਤੇ ਸਪੈਸ਼ਲ ਰੱਖੀਦਾ ਵੀ ਤੇਲੇ ਵਧੀਆ ਕਮਰਾ ਤੈਨੂੰ ਦਿਨਾ, ਆ ਜਾ ਇੱਥੇ ਰਹਿ। ਕਹਿੰਦੇ ਆ ਗਏ, ਦਰਸ਼ਨ ਪਰਸ਼ਨ ਕਰ ਲੈ, ਰਾਤ ਦਾ ਸਮਾਂ। ਕਹਿੰਦੇ ਹਾਂਜੀ ਕਰ ਲੈ। ਕਹਿੰਦੇ ਜਾਓ ਫਿਰ। ਹੁਣ ਮੋਹ ਨਹੀਂ ਸੀ, ਨਾ ਪਦਾਰਥਾਂ ਦਾ ਮੋਹ ਸੀ, ਜ਼ਮੀਨ ਦਾ, ਘਰ ਦੀ ਦਾ ਨਾ ਉਹ ਰੱਖੀ, ਨਾ ਸਥਾਨ ਦਾ ਮੋਹ ਸੀ। ਉੱਥੇ 5 ਸਿੰਘਾਂ ਨੂੰ ਬਣਾ ਕੇ, 5 ਸਿੰਘਾਂ ਦੀ ਅੰਮ੍ਰਿਤਧਾਰੀ ਪਿੰਡ ਵਾਲੇ ਜਿਹੜੇ ਸੀ, ਉਹਨਾਂ ਨੂੰ ਬਣਾ ਕੇ ਕਮੇਟੀ ਬਣਾਤੀ। ਕਹਿੰਦੇ ਮਾਇਆ ਸਾਂਭੋ, ਸਥਾਨ ਸਾਂਭੋ, ਵੱਖਰਾ ਆਪਣਾ ਜਿੱਥੇ ਰਹਿੰਦੇ ਸੀ ਉੱਥੇ ਭਜਨ ਬੰਦਗੀ ਕੀਤੀ। ਇਹ ਮੋਹ ਨਹੀਂ ਸੀ, ਮੋਹ ਨਾ। ਫਿਰ ਕਹਿੰਦੇ ਮੋਹ ਨਾ ਮੋਹਤ ਮਨ ਸਭੈ, ਸਾਰਿਆਂ ਦੇ ਮਨ ਨੂੰ ਮੋਹ ਲੈਂਦੇ ਸੀ। ਜਿਹੜਾ ਉੱਥੇ ਜਾਂਦਾ ਸੀ, ਦਰਵਾਜ਼ੇ ਬਾਹਰ ਲਿਖਿਆ ਹੋਇਆ ਸੀ, ਕਹਿੰਦੇ ਭਾਈ ਜਿਹੋ ਜਿਹਾ ਸਰੀਰ ਤੁਹਾਡਾ 5 ਤੱਤਾਂ ਦਾ, ਉਹੋ ਜਿਹਾ ਮੇਰਾ। ਵੀ ਮੈਨੂੰ ਨਾ ਮੱਥਾ ਟੇਕਣ ਇੱਥੇ ਆਓ। ਵੀ ਪੂਜਨੀਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਲਦੇ ਹੀ ਨਹੀਂ ਸੀ ਹੁੰਦੇ। ਮੱਥਾ ਪੈਰਾਂ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ। ਸੰਤ ਮਹਾਤਮਾ ਥੋੜ੍ਹੀ ਜਿਹੀ ਕਮਾਈ ਹੋਵੇ, ਪੈਰੀਂ ਹੱਥ ਲਾਓ, ਮੇਰੇ ਪੈਰੀਂ ਹੱਥ ਲਾਓ, ਜੁੱਤੀਆਂ ਅੱਗੇ ਕਰਦੇ। ਉੱਥੇ ਜੁੱਤੀ ਤੇ ਵੀ ਪਹਿਰਾ ਹੁੰਦਾ ਸੀ ਵੀ ਕੋਈ ਹੱਥ ਨਾ ਲਾ ਜਾਵੇ। ਕਹਿੰਦੇ ਭਾਈ ਸਾਡੀ ਪੂਜਾ ਨਹੀਂ ਕਿਸੇ ਨੇ ਕਰਨੀ, ਮੱਥਾ ਨਹੀਂ ਟੇਕਣਾ, ਫਤਿਹ ਬੁਲਾਓ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੱਥਾ ਟੇਕੋ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ, ਸਾਧ ਸੰਗਤ ਜੀ ਜਿਹੜੇ ਕੋਲ ਰਹੇ ਉਹ ਜਾਣਦੇ ਨੇ। ਮੋਹਤ ਮਨ ਸਭ ਹੈ, ਸਾਰਿਆਂ ਦੇ ਮਨ ਨੂੰ ਇੰਨਾ ਭਜਨ ਬੰਦਗੀ ਦਾ ਪ੍ਰਤਾਪ ਸੀ, ਸਾਰਿਆਂ ਦੇ ਮਨ ਨੂੰ ਮੋਹ ਲੈਂਦੇ ਸੀ। ਮੋਹ ਹਨ ਸਭ ਹੀ ਕੀਨ। ਮੋਹ ਦਾ ਅਰਥ ਹੁੰਦਾ ਮੇਰ ਤੇਰ, ਵਿਆਹ ਵਸਤੂ ਮੇਰ ਹੈ, ਅਸਥਾਨ ਦੀ ਵੀ ਮੇਰ ਤੱਕ ਨਹੀਂ ਸੀ ਕੀਤੀ। ਉਹ ਵੀ ਹਨ ਨਾਮ ਨਾਸ ਦਾ, ਕਹਿੰਦੇ ਉਹ ਵੀ ਸਾਰੀ ਨਾਸ ਕੀਤੀ ਹੋਈ ਸੀ ਆਹੋ ਜੀ ਨੇ। ਸਰੀਰ ਦੀ ਮੇਰ ਵੀ, ਸਰੀਰ ਤੋਂ ਵੀ ਸਾਧ ਸੰਗਤ ਜੀ ਬੜੀ ਉੱਚੀ ਅਵਸਥਾ ਸੀ। ਸਿੰਘਾਂ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਕਮਾਈ ਕਰੋ। ਤੇ ਉਹ ਸਿੰਘ ਜਿਹੜੇ ਕਮਾਈ ਕਰਦੇ ਸੀ ਉਹਨਾਂ ਨੂੰ ਕਦੇ ਰੋਕ ਟੋਕ ਨਹੀਂ ਸੀ ਹੁੰਦੀ। ਮਹਾਂਪੁਰਖਾਂ ਨੂੰ ਜਾ ਕੇ ਵੀ ਸਾਡਾ ਆਹ ਅਵਸਥਾ ਹੈ, ਇੱਥੇ ਤੱਕ। ਇੱਕ ਦਿਨ ਭਿੰਡਰਾਂ ਮਹਾਂਪੁਰਖਾਂ ਪੁਰਾਣੇ ਸਿੰਘਾਂ ਨੂੰ ਜੋ ਸਾਧ ਸੰਗਤ ਜੀ ਸੁਣਾਇਆ, ਸਿੰਘਾਂ ਦੀ ਸੰਗਤ ਵਿੱਚੋਂ ਜੋ ਸੁਣਿਆ, ਬਹੁਤਾ ਸਮਾਂ ਨਹੀਂ ਦੱਸ ਰਿਹਾ, ਥੋੜਾ ਹੀ ਸਮਾਂ ਰਿਹਾ। ਤੇ ਉਹਨਾਂ ਨੇ ਦੱਸਿਆ ਵੀ ਕਹਿੰਦੇ ਆ ਗਿਆ ਕੋਈ, ਉਹ ਜੀ ਕਹਿੰਦੇ ਜੀ ਮਹਾਂਪੁਰਖਾਂ ਨੂੰ ਮਿਲਣਾ। ਕਹਿੰਦੇ ਜੀ ਮਹਾਂਪੁਰਖ ਭਜਨ ਬੰਦਗੀ ਕਰਦੇ ਵੀ ਹੱਲੇ ਨਹੀਂ ਮਿਲ ਸਕਦੇ। ਕਹਿੰਦੇ ਜੀ ਮਿਲਣਾ, ਕਹਿੰਦੇ ਤੁਸੀਂ ਸਾਨੂੰ ਦੱਸੋ ਕੁਛ ਪੁੱਛਣਾ ਤਾਂ। ਉਹ ਕਹਿੰਦਾ ਇਹ ਸਿੰਘ ਸੀ ਜਿਹੜੇ ਅੱਗੇ, ਉਹ ਵੀ ਹੁਣ ਕਮਾਈਆਂ ਕਰਾਉਂਦੇ ਸੀ ਮਹਾਂਪੁਰਖ। ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਲੱਗਣਾ, ਤੁਸੀਂ ਕੀ ਜਾਣਦੇ। ਕਹਿੰਦੇ ਮੈਂ ਅਵਸਥਾ ਬਾਰੇ ਗੱਲ ਕਰਨੀ ਮਹਾਂਪੁਰਖਾਂ ਨਾਲ। ਉਹ ਕਹਿੰਦੇ ਜੀ ਨਹੀਂ, ਕਹਿੰਦੇ ਤੁਹਾਨੂੰ ਕੀ ਪਤਾ, ਤੁਸੀਂ ਕੁਝ ਜਾਣਦੇ ਆ। ਕਹਿੰਦੇ ਮਹਾਂਪੁਰਖਾਂ ਨੂੰ ਵੀ ਨਹੀਂ ਸ਼ਾਇਦ ਪਤਾ ਲੱਗਣਾ ਮੇਰੀ ਅਵਸਥਾ ਕਿਤੇ ਜਾ ਰਹੀ ਆ। ਤੇ ਉਹ ਜਦੋਂ ਨਾ ਹੀ ਹਟਿਆ, ਬਹੁਤਾ ਹੰਕਾਰ ਮਹਾਂਪੁਰਖਾਂ ਨੂੰ ਸਾਧ ਸੰਗਤ ਜੀ ਅਯੋਗ ਸ਼ਬਦ ਬੋਲੇ। ਉਹ ਸਿੰਘ ਅੱਗੇ ਕਮਾਈਆਂ ਵਾਲੇ ਸੀ। ਉਹ ਕਹਿੰਦੇ ਤੇਰਾ ਜਪਾ ਜਾਪ ਚੱਲਦਾ, ਸਾਨੂੰ ਇੱਥੇ ਤੱਕ ਸੁਣਦਾ। ਕਹਿੰਦੇ ਜਿਹੜੀਆਂ ਅਵਸਥਾ ਤੂੰ ਕਹਿ ਰਿਹਾ ਵੀ ਮਹਾਂਪੁਰਖਾਂ ਨੂੰ ਨਹੀਂ ਪਤਾ ਲੱਗਣੀਆਂ, ਇਹ ਸਿੰਘਾਂ ਨੇ ਸਾਧ ਸੰਗਤ ਜੋ ਵਾਰਤਾ ਉਸ ਸਮੇਂ ਹੋਈ, ਜਿਹੜੇ ਸਿੰਘਾਂ ਨੇ ਦੇਖੀ ਉਹਨਾਂ ਨੇ ਦੱਸੀ ਹੋਈ। ਸਾਰ ਨਾਲੋਂ ਇੱਕ ਤਾਂ ਹੁੰਦਾ ਸਾਧ ਸੰਗਤ ਜੀ ਉਦਾਂ ਹੀ ਸੰਤ ਹੋਣਾ, ਇੱਕ ਹੁੰਦਾ ਗਿਆਨੀਆਂ ਦੇ ਸੰਤ ਹੋਣਾ। ਜਿਹੜਾ ਬੰਦਾ ਗਿਆਨਵਾਨ ਹੁੰਦਾ ਨਾ, ਉਹ ਪਰਿਭਾਸ਼ਾ ਜਾਣਦਾ। ਤਾਣ ਹੁੰਦੇ ਹੋਏ ਨੇ ਤਾਣ, ਭਗਤ ਦੀ ਪਰਿਭਾਸ਼ਾ ਭਗਤਾਂ ਬਾਣੀ ਵਿੱਚ ਆਉਂਦੀ ਵੀ ਜਿਹਦੇ ਅੰਦਰ ਬਲ ਹੋਵੇ ਨਾ, ਫੇਰ ਵੀ ਜਣਾਵੇ ਨਾ, ਕਮਾਈ ਹੋਵੇ ਜਰ ਅਵਸਥਾ ਨੂੰ ਜਰ ਲੈਣਾ, ਇਹ ਸਾਧ ਸੰਗਤ ਜੀ ਸੰਤ ਦੀ ਪਰਿਭਾਸ਼ਾ ਹੁੰਦੀ ਹੈ। ਇੰਨੀ ਅਵਸਥਾ ਦੇ ਮਾਲਕ ਫੇਰ ਵੀ ਕਦੇ ਜਣਾਇਆ ਨਹੀਂ। ਸਿੰਘ ਪੁੱਛਦੇ ਸੀ, ਉਹਨਾਂ ਨੂੰ ਦੱਸ ਦਿਆ ਕਰਦੇ ਸੀ ਵੀ ਇਹਦਾ ਕਮਾਈ ਕਰੋ, ਇਹ ਕਰ ਲਓ। ਤੇ ਇਸ ਕਰਕੇ ਕਹਿੰਦੇ ਮੋਹਨ ਮੈਂ ਮਨ ਮੋਹਿਆ। ਆਪ ਜੀ ਦਾ ਜਿਹੜਾ ਮਨ ਸੀ ਉਹ ਮੋਹਨ ਪਰਮੇਸ਼ਰ ਦੇ ਵਿੱਚ ਮੋਹਿਆ ਹੋਇਆ ਸੀ। ਤੇ ਮੋਹਨ ਮਰਦਨ ਕੀਨ, ਇੱਥੇ ਨੰਨੇ ਨੂੰ ਸਿਹਾਰੀ ਨਾ ਮੋਹਨ। ਮੋਹਨ ਨਾਮ ਹੁੰਦਾ ਮੋਹਣੀ ਮਾਇਆ, ਸਾਰਿਆਂ ਨੂੰ ਹਰ ਲੈਣ ਵਾਲੀ। ਉਹਨੂੰ ਤਾਂ ਕਹਿੰਦੇ ਮਰਦਨ ਦਲਨ ਮਲਨ ਕਰਦਾ ਸੀ, ਉਹਨੂੰ ਤਾਂ ਮਾਰ ਕੇ ਸਿੱਟਿਆ ਹੋਇਆ ਸੀ। ਨਾ ਜੜ ਮਾਇਆ ਕੋਲ ਆਉਂਦੀ ਸੀ, ਨਾ ਚੇਤਨ ਮਾਇਆ ਨੂੰ ਕੋਲ ਆਉਣ ਦਿੰਦੇ ਸੀ।
ਸਾਰੀ ਮਾਇਆ ਜਿੰਨੀ ਆਉਂਦੀ ਸੀ ਅਸਥਾਨ ਦੀ, ਆਪਣੀ ਮਰਜ਼ੀ ਨਾਲ ਜੋ ਜਿੱਥੇ ਚਿੱਤ ਕਰਦਾ ਸੀ ਲਾਈ ਜਾਂਦਾ ਸੀ। ਕੋਈ ਹਿਸਾਬ ਕਿਤਾਬ ਨਹੀਂ ਮਹਾਂਪੁਰਖਾਂ ਨੇ ਕਦੇ ਮੰਗਿਆ। ਘਰ ਦਾ ਵੀ ਕੋਈ ਕਮਾਈ ਵਾਲਾ ਹੋਵੇ ਨਾ, ਜਿਹਦੇ ਕਰਕੇ ਪੈਸੇ ਚਾਰ ਆਉਂਦੇ ਹੁੰਦੇ, ਉਹ ਵੀ ਪੁੱਛਦਾ ਵੀ ਕਿੱਥੇ ਲਾਤੇ ਮੇਰੇ ਪੈਸੇ, ਆ ਕਿੱਥੇ ਖਰਚ ਤੇ। ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਬਾਹਰੋਂ ਮਾਰਾ ਭੇਜਦੀ ਸੀ, ਮਹਾਂਪੁਰਖ ਨਾ ਕਦੇ ਲੈਂਦੇ ਸੀ, ਤੇ ਅੱਗੇ ਸਿੰਘ ਜਿਹੜਾ ਕੋ ਆਉਂਦੀ ਸੀ ਉਹ ਆਪਣੇ ਹਿਸਾਬ ਨਾਲ ਲਾ ਲੈਂਦੇ ਸੀ। ਇਸ ਕਰਕੇ ਕਹਿੰਦੇ ਮੋਹਣੀ ਮਾਇਆ ਨੂੰ ਵੀ ਸਾਧ ਸੰਜੀ ਮਰਦਨ ਨਾਸ ਕੀਤਾ ਸੀ। ਜਪ ਤਪ ਸੰਜਮ ਤਿਆਗ ਮਨ, ਇਹ ਮਹਾਂਪੁਰਖਾਂ ਦੇ ਗੁਣਾਂ ਵਿੱਚ ਸਾਧ ਸੰਜੀ ਦੋਹਰਾ। ਜਪ ਤਪ ਸੰਜਮ ਤਿਆਗ ਮਨ। ਤੇ ਕਹਿੰਦੇ ਜਪ ਦੀ ਤਾਂ ਨਿਸ਼ਾਨੀ ਸੀ ਜਾਪ, ਆਪ ਜੀ ਨੇ ਸਾਧ ਸੰਜੀ ਬੇਅੰਤ ਕੀਤਾ। ਨਿੱਕੇ ਹੁੰਦੇ ਸੰਤ ਬਾਬਾ ਕਨ੍ਹਈਆ ਸਿੰਘ ਜੀ ਕੋ ਰਹੇ, ਉੱਥੇ ਰਹਿੰਦਿਆਂ ਜੋ ਅਲਾਚੌਰ ਸਥਾਨ ਬਣਿਆ ਹੋਇਆ ਹੈ, ਜਿੱਥੇ ਦਾਸ ਨੇ ਕੁਝ ਸਮਾਂ ਸਾਧ ਸੰਜੀ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ, ਉਹ ਸੰਤ ਬਾਬਾ ਖੇਮ ਸਿੰਘ ਜੀ ਦਾ। ਸੰਤ ਬਾਬਾ ਖੇਮ ਸਿੰਘ ਜੀ ਤੋਂ ਮਹਾਂਪੁਰਖ ਪੜ੍ਹੇ ਸੀ ਥੋੜਾ ਸਮਾਂ, ਵਿਦਾਨ ਦੇ ਗ੍ਰੰਥ ਪੜ੍ਹੇ ਸੀ ਜਿਹੜੇ ਕਥਾ ਵਾਸਤੇ ਜ਼ਰੂਰੀ ਹੁੰਦੇ। ਜਪ ਤਪ ਕਹਿੰਦੇ ਜਪ ਇੰਨਾ ਸਾਧ ਸੰਜੀ 14 ਤੋਂ 17 ਸਾਲ ਧੀਰੇ ਪੱਤਰੇ ਆਪ ਜੀ ਨੇ ਜਾਪ ਕੀਤਾ। ਉਹਦੇ ਵਿੱਚ ਸਵਾ ਲੱਖ ਪੌਂਟਾ ਸਾਹਿਬ ਰਹਿ ਕੇ, ਆਨੰਦਪੁਰ ਸਾਹਿਬ ਰਹਿ ਕੇ, ਹਜੂਰ ਸਾਹਿਬ ਰਹਿ ਕੇ ਆਪ ਜੀ ਨੇ ਬਾਣੀ ਦਾ ਸਾਧ ਸੰਜੀ ਜਾਪ ਕੀਤਾ। ਸਿੰਘਾਂ ਨੂੰ ਵੀ ਕਹਿੰਦੇ ਸੀ, ਕਹਿੰਦੇ ਗ੍ਰੰਥ ਪੜ੍ਹ ਕੇ 2 ਸਾਲ ਬਾਣੀ ਦਾ ਜਾਪ ਕਰੋ, ਫੇਰ ਸਟੇਜ ਤੇ ਬੈਠਿਆ ਕਰੋ ਕਥਾ ਕਰਨ। ਕਹਿੰਦੇ ਫੇਰ ਜਿਹੜੀ ਕਥਾ ਨਿਕਲਦੀ ਆ ਉਹਦਾ ਰਸ ਹੁੰਦਾ। ਜਪ ਤਪ ਇੰਨਾ ਕੀਤਾ ਸੀ ਆਪ ਜੀ ਨੇ। ਹਜੂਰ ਸਾਹਿਬ ਸਾਧ ਸੰਜੀ ਭਾਂਡੇ ਮਾਂਜਦੇ ਰਹੇ 2.5 ਸਾਲ। ਗਿਆਨੀ ਸੀ, ਵਿਦਵਾਨ। 3 ਕਥਾ ਮਹਾਂਪੁਰਖਾਂ ਦੀਆਂ ਸੁਣੀਆਂ, ਨਾਲ ਲਿਖੀਆਂ, ਸਾਰੇ ਗ੍ਰੰਥਾਂ ਨੂੰ ਵਾਚਣ ਵਾਲੇ। ਥੋੜਾ ਜਿਹਾ ਕੋਈ ਪੜ੍ਹ ਲਵੇ, ਉਹ ਕਹਿੰਦਾ ਮੈਂ ਕਿਉਂ ਭਾਂਡੇ ਮਾਂਜਾਂ, ਮੈਨੂੰ ਤੁਸੀਂ ਕਥਾ ਦੀ ਸੇਵਾ ਦਿਓ। 2.5 ਸਾਲ ਭਾਂਡਿਆਂ ਦੀ ਸੇਵਾ ਕੀਤੀ, ਐਡਾ ਤਪ ਸੀ ਤਾਂ। ਮਹਾਂਪੁਰਖ ਜਥੇ ਸਮੇਤ ਗਏ, ਉਹ ਕਹਿੰਦੇ ਜੀ ਕਥਾ ਫਿਰ ਇਹਨਾਂ ਤੋਂ ਕਰਾਉਣੀ। ਜਦੋਂ ਕਥਾ ਕਰਾਈ ਸਾਰੇ ਸਿੰਘ ਉਹ ਵੀ ਕਹਿੰਦੇ ਇਹਨੂੰ ਵੀ ਕਥਾ ਆਉਂਦੀ ਆ, ਇਹ ਤਾਂ ਭਾਂਡੇ ਮਾਂਜਦਾ ਸੀ। ਇੰਨਾ ਤਗੜਾ ਤਪ ਸੀ। ਜਪ ਤਪ ਸੰਜਮ, ਸੰਜਮ ਵਾਸਤੇ ਸਾਧ ਸੰਜੀ ਆਪਾਂ ਸਾਰੇ ਸਿੰਘ ਜਾਣਦੇ, ਵਿਵੇਕ ਦਾ ਸਾਰ ਨੂੰ ਤਗੜਾ ਪਹਿਰਾ ਸੀ। ਸੋਧੀ ਜੀ ਦਾਸਾਂ ਦੇ ਉਸਤਾਦ ਜੀ, ਜਿਨ੍ਹਾਂ ਕੋਲੋਂ ਦਾਸਾਂ ਨੇ ਸਾਧ ਸੰਜੀ ਵਿਦਿਆ ਪੜ੍ਹੀ, ਲਧਾਈ ਕੇ ਵਿਖੇ ਰਹਿਣਾ ਕੀਤਾ, ਉਹਨਾਂ ਨੂੰ ਮੰਨਿਆ ਜਾਂਦਾ ਸੰਜਮ ਵਾਸਤੇ, ਵਿਵੇਕ ਵਾਸਤੇ। ਉਹਨਾਂ ਦਾ ਵੀ ਪਹਿਰਾ ਮਹਾਂਪੁਰਖਾਂ ਦੇ ਬਰਾਬਰ ਨਹੀਂ ਸੀ। ਤੇ ਵਿਵੇਕ ਇਹੋ ਜਿਹਾ ਸੰਜਮ, ਪਦਾਰਥਾਂ ਦਾ ਸੰਜਮ ਵੀ, ਛਕਣੇ ਦਾ ਸੰਜਮ ਵੀ ਆਪ ਜੀ ਨੇ ਕੀਤਾ। ਜਪ ਤਪ ਦਾ ਇਸ ਤਰ੍ਹਾਂ ਵੀ ਦੱਸਦੇ ਸੀ, ਧੀਰੇ ਪੱਤਰੇ ਜਦੋਂ 14 ਸਾਲ ਮਹਾਂਪੁਰਖ ਰਹੇ, ਬੋਰੀ ਤੇ ਸੋਇਆ ਕਰਦੇ ਸੀ। 1 ਘੰਟਾ ਕਹਿੰਦੇ 23 ਘੰਟੇ ਜਿਹੜਾ ਸਿੰਘ ਨਾਲ ਰਹਿੰਦਾ ਸੀ, 23 ਘੰਟੇ ਮਹਾਂਪੁਰਖ ਸਿਮਰਨ ਹੀ ਕਰਦੇ। ਕਹਿੰਦੇ 14 ਸਾਲ ਏਦਾਂ ਬਤੀਤ ਕੀਤੇ ਆਪ ਜੀ ਨੇ ਧੀਰੇ ਪੱਤਰੇ ਰਹਿ ਕਰਕੇ। ਜਿੱਥੋਂ ਫਿਰ ਆਪ ਜੀ ਨੂੰ ਲਿਆਣਾ ਕੀਤਾ ਸੀ, ਆਉਂਦੇ ਨਹੀਂ ਸੀ। ਕਹਿੰਦੇ ਜੀ ਵੀ ਤੁਹਾਨੂੰ ਦੇਣੀ ਹੈ ਦਸਤਾਰ, ਕਹਿੰਦੇ ਨਹੀਂ ਵੀ 5 ਸਿੰਘਾਂ ਨੇ ਹੁਕਮ ਕਰਕੇ, ਗਿਆਨੀ ਨਰੈਣ ਸਿੰਘ ਜੀ, ਬਾਬਾ ਖਜਾਨ ਸਿੰਘ ਜੀ ਉਹਨਾਂ ਵਿੱਚ ਸਨ, ਉਹਨਾਂ ਨੇ ਲਿਆ ਕਰਕੇ। ਭਗਤ ਉਜਾਗਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਦੇ ਮਾਮਾ ਜੀ ਸਨ, ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਜੀ ਨੂੰ ਵੀ ਜਥੇ ਵਿੱਚ ਲਿਆਂਦਾ, ਉਹਨਾਂ ਨੇ ਲਿਆਣਾ ਕੀਤਾ ਆਪ ਜੀ ਨਾਲ। ਕਹਿਤਾ ਵੀ ਜੇ 5 ਸਿੰਘ ਤੁਸੀਂ ਨਾਲ ਰਹੋਗੇ। ਭਗਤ ਉਜਾਗਰ ਸਿੰਘ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ, ਕਹਿੰਦੇ ਬਹੁਤ ਬੰਦਗੀ ਕਮਾਈ, ਕਹਿੰਦੇ ਜੇ ਤੁਸੀਂ ਨਾਲ ਰਹੋਗੇ ਤਾਂ ਮੈਂ ਇੱਥੇ ਸੇਵਾ ਕਰਨ ਨੂੰ ਤਿਆਰ ਹਾਂ। ਭਗਤ ਉਜਾਗਰ ਸਿੰਘ ਜੀ ਦਾ ਮੰਜਾ ਸੱਜੇ ਪਾਸੇ ਰੱਖਿਆ ਕਰਦੇ ਸੀ, ਇੱਟਾਂ ਲਾ ਕੇ ਉੱਚਾ ਰੱਖਿਆ ਕਰਦੇ ਸੀ। ਕਹਿੰਦੇ ਬਹੁਤ ਬੰਦਗੀ ਕਮਾਈ ਇਹਨਾਂ ਦੀ ਉੱਚੀ ਅਵਸਥਾ, ਨਾਲ ਰਹੇ ਸਾਰੀ ਸਾਲ, ਇਸ ਕਰਕੇ ਮੰਨੇ ਸੀ ਅਸਥਾਨਾ। ਇਸ ਕਰਕੇ ਕਹਿੰਦੇ ਜਪ ਤਪ ਸੰਜਮ ਤਿਆਗ ਮਨ, ਤਿਆਗ ਸੀ ਮਨ ਵਿੱਚ। ਪਹਿਲਾਂ ਤਾਂ ਜਿਹੜਾ ਠਾਕੁਰਾਂ ਦਾ ਡੇਰਾ ਸੀ ਅੰਮ੍ਰਿਤਸਰ ਸਾਹਿਬ, ਜਿੱਥੇ ਵਿਦਿਆ ਪੜ੍ਹੀ, ਰਾਤ ਨੂੰ 12 ਵਜੇ ਵਿੱਚ ਜਾ ਕਰਕੇ ਮੋਕਸ਼ ਪੰਥ ਆਖ ਗ੍ਰੰਥਾਂ ਨੂੰ ਪੜ੍ਹਿਆ, ਤੇ ਉਹ ਵਾਲਾ ਠਾਕੁਰਾਂ ਦਾ ਡੇਰਾ ਆਪ ਜੀ ਨੂੰ ਮਿਲ ਰਿਹਾ ਸੀ। ਆਪਣੀ ਥਾਂ ਗਿਆਨੀ ਸੱਜਣ ਸਿੰਘ ਜੀ ਨੂੰ ਦੇ ਦਿੱਤਾ। ਕਹਿੰਦੇ ਵੀ ਮੈਂ ਯੋਗ ਨਹੀਂ, ਤੁਸੀਂ ਇਹਨਾਂ ਨੂੰ ਦੇ ਦਿਓ। ਉਹ ਡੇਰਾ ਤਿਆਗਿਆ। ਬਾਅਦ 'ਚ ਭਾਈ ਸੰਤ ਕਨ੍ਹਈਆ ਸਿੰਘ ਜੀ ਤੋਂ ਬਾਅਦ ਸੰਤ ਸੇਵਾ ਸਿੰਘ ਜੀ ਹੋਏ, ਉਹਨਾਂ ਕੋਲ ਥੋੜਾ ਚਿਰ ਰਹੇ। ਉਹ ਕਹਿੰਦੇ ਵੀ ਇਹ ਵਾਲਾ ਸਥਾਨ ਲੈ ਲਓ। ਕਹਿੰਦੇ ਵੀ ਲੈਣਾ ਨਹੀਂ। ਜਦੋਂ ਬਹੁਤਾ ਕੀਤਾ, ਜ਼ੋਰ ਪਾਇਆ, ਕਹਿੰਦੇ ਜੇ ਹੁਕਮਨਾਮਾ ਲੈ ਲੈਣੇ, ਜੋ ਹੁਕਮਨਾਮੇ ਵਿੱਚ ਜੇ ਇੱਕ ਵੀ ਸ਼ਬਦ ਸੇਵਾ ਦਾ ਆ ਗਿਆ, ਮੈਂ ਸੇਵਾ ਸਾਂਭ ਲੂੰਗਾ। ਨਹੀਂ ਤਾਂ ਸਾਰੇ ਚਾਹੁੰਦੇ ਵੀ ਮੈਨੂੰ ਸਥਾਨ ਮਿਲੇ, ਮੈਂ ਬਣਾਵਾਂ ਕੁਝ, ਮੈਂ ਕਿਤੇ ਦਾ ਪ੍ਰਧਾਨ ਚੌਧਰੀ ਬਣਾ। ਉੱਥੇ ਹੁਕਮਨਾਮਾ ਆ ਗਿਆ, ਜੈਤ ਸਰੀ ਰਾਗ ਦੇ ਅੰਦਰ, ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬੰਧਾ। ਕਹਿੰਦੇ ਵੀ ਸਾਨੂੰ ਤਾਂ ਲੋੜ ਨਹੀਂ, ਮਹਾਰਾਜ ਤਾਂ ਜਪ ਤਪ ਨੂੰ ਕਹਿ ਰਹੇ ਨੇ। ਉਹ ਵੀ ਤਿਆਗ ਦਿੱਤਾ। ਇੰਨਾ ਤਿਆਗ ਸੀ ਆਪ ਜੀ ਦੇ ਮਨ ਵਿੱਚ। ਉੱਥੇ ਵੀ ਸੇਵਾ ਬੈਠੀ ਸੀ, ਉਹ ਵੀ ਸਾਰਾ ਕੁਝ ਤਿਆਗ ਕੇ ਬੈਠੇ ਸੀ। ਜਿਹੜੇ ਗਏ ਉਹਨਾਂ ਨੇ ਦੇਖਿਆ ਸਾਧ ਸੰਜੀ ਪ੍ਰਤਾਪ। ਇਸ ਕਰਕੇ ਕਹਿੰਦੇ ਜਪ ਤਪ ਸੀ ਆਪ ਜੀ, ਤਿਆਗ ਮਨ, ਵਿਦਿਆ ਭਾਨ ਪ੍ਰਕਾਸ਼। ਜਪ ਤਪ ਸੰਜਮ ਤਿਆਗ ਮਨ, ਵਿਦਿਆ ਭਾਨ ਪ੍ਰਕਾਸ਼। ਵਿਦਿਆ ਦੇ ਭਾਨ ਨਾਮ ਸੂਰਜ, ਚਮਕਦੇ ਸੂਰਜ ਸੀ ਵਿਦਿਆ ਦੇ। 8 ਗ੍ਰੰਥ 6 ਗ੍ਰੰਥ ਤਾਂ ਪੜ੍ਹਨੇ ਹੁੰਦੇ ਨੇ। ਵਿਚਾਰ ਸਾਗਰ, ਮੋਕਸ਼ ਪੰਥ, ਬਿਰਤੀ ਪ੍ਰਭਾਕਰ ਬਿਰਤੀ, ਨਿਆਏ, ਉਰਦੂ ਜਾਣਦੇ ਸੀ, ਸੰਸਕ੍ਰਿਤ ਜਾਣਦੇ ਸੀ। ਇੰਨੇ ਕਿਹਨੂੰ ਆਉਂਦੇ ਨੇ? ਕਥਾ ਤਾਂ ਸਾਰੇ ਆਪਾਂ ਕਰਦੇ ਵੀ ਇੰਨੇ ਗ੍ਰੰਥ ਸੁਣੇ ਨਹੀਂ ਹੁੰਦੇ ਜਿੰਨੇ ਪੜ੍ਹੇ ਹੋਏ ਸੀ। ਉਰਦੂ ਜਾਣਦੇ ਸੀ, ਸ਼ਾਸਤਰ ਵਿਦਿਆ ਜਾਣਦੇ ਸੀ। ਹੋਰ ਬੇਅੰਤ ਗ੍ਰੰਥਾਂ ਦਾ ਜਿਹੜਾ ਸਾਧ ਸੰਜੀ ਪੂਰਾ ਜ਼ਿਕਰ ਇੰਗਲਿਸ਼ ਦੇ ਵਿੱਚ ਵੀ ਗਿਆਨੀ ਜੀਵਨਪਾਲ ਸਿੰਘ ਜੀ ਹੁਣੇ ਕੀਤਾ, ਪੰਜਾਬੀ ਦੇ ਵਿੱਚ ਜੋ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਹੁਣਾਂ ਨੇ ਕੀਤਾ ਹੋਇਆ।
ਉਹਦੇ ਵਿੱਚ ਸਾਧ ਸੰਗਤ ਜੀ ਸਾਰਾ ਜ਼ਿਕਰ ਮਿਲ ਜੂਗਾ ਕਿੰਨੇ ਗ੍ਰੰਥ ਸੀ, ਕਿੰਨੀ ਵਿਦਿਆ ਸੀ। ਉਹ ਵਿਦਿਆ ਤਾਂ ਹੈ ਹੀ। ਫਿਰ ਗੁਰੂ ਘਰ ਦੀ ਕਠਨ ਵਿਦਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਥਿਆ ਨਾਲ ਕਥਾ। ਸੰਥਿਆ ਕਰਨੇ ਨੂੰ 2-3 ਸਾਲ ਲੱਗ ਜਾਂਦੇ ਨੇ, ਇੰਨੀ ਵਾਰ ਪਕਾਉਣਾ ਉਹਨੂੰ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ੍ਰੀ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਦੀ ਬਾਣੀ, ਇਸੇ ਤਰ੍ਹਾਂ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਇਹ ਸਾਰੇ ਗ੍ਰੰਥ ਗੁਰੂ ਘਰ ਦੇ ਸਾਧ ਸੰਗਤ ਜੀ ਆਪ ਜੀ ਨੇ ਵਾਚੇ ਹੋਏ ਸੀ। ਫਿਰ ਕਥਾ ਦੀ ਹਾਜ਼ਰੀ, ਫਿਰ ਇੰਨੇ ਵਿਦਵਾਨ ਸੀ ਜਥੇ ਦੇ ਵਿੱਚ, ਸਾਰੇ ਸਿੰਘ ਨੇ, ਉਹਨਾਂ ਨੂੰ ਵਿਦਾਂਤ ਪੜ੍ਹਾਉਣ ਦੀ ਡਿਊਟੀ ਆਪ ਜੀ ਦੀ ਹੋਇਆ ਕਰਦੀ ਸੀ। ਜਿਹੜਾ ਔਖਾ ਸਬਜੈਕਟ ਆ ਨਾ, ਉਹ ਆਪ ਜੀ ਪੜ੍ਹਾਇਆ ਕਰਦੇ ਸੀ ਸਾਰੇ ਵਿਦਿਆਰਥੀਆਂ ਨੂੰ ਰਲ ਕਰਕੇ। ਫਿਰ ਇੱਦਾਂ ਵੀ ਸਿੰਘ ਸੁਣਾਉਂਦੇ, ਕਹਿੰਦੇ ਮਹਾਂਪੁਰਖ ਨਾ ਜਦੋਂ ਕਾਵਿ ਰਚਨਾ ਸਿਖਾਉਂਦੇ ਹੁੰਦੇ ਸੀ, ਸਿੰਘਾਂ ਨੂੰ ਕਹਿੰਦੇ ਹੁੰਦੇ ਸੀ ਵੀ ਕਾਵਿ ਰਚਨਾ ਲਿਖ ਕੇ ਲੈ ਕੇ ਆਓ। ਰਾਗੀ ਜੀ ਸੀ, ਉਹ ਵਿਦਵਾਨ ਸਾਰ ਨਾਲੋਂ ਜ਼ਿਆਦਾ ਸੀ, ਸੰਤ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ, ਚਰਚਾ ਦਾ ਉਹਨਾਂ ਨੂੰ ਬਹੁਤ ਸਾਧ ਸੰਗਤ ਜੀ ਸ਼ੌਂਕ ਸੀ, ਉਹ ਜਿੱਤਿਆ ਕਰਦੇ ਸੀ, ਉਹ ਕਾਵਿ ਰਚਨਾ ਸੋਹਣੀ ਕਰ ਲੈਂਦੇ। ਇੱਕ ਵਾਰ ਸਿੰਘ ਨੇ, ਕਿਸੇ ਨੇ ਕਾਵਿ ਰਚਨਾ ਸਾਧ ਸੰਗਤ ਜੀ ਉਹਨਾਂ ਨਾਲੋਂ ਵਧੀਆ ਕਰਤੀ। ਮਹਾਂਪੁਰਖ ਕਹਿੰਦੇ ਵੀ ਇਹਦੀ ਕਾਵਿ ਰਚਨਾ ਵਧੀਆ। ਰਾਗੀ ਜੀ ਕਹਿੰਦੇ ਵੀ ਇਹ ਤਾਂ ਇਦਾਂ ਕਿਦਾਂ ਵਧੀਆ ਕਰਤੀ, ਇਹ ਤਾਂ ਕਹਿੰਦੇ ਪੜ੍ਹੀ ਲੱਗਦੀ ਆ। 14 ਦੀਆਂ 14 ਪੋਥੀਆਂ ਉਹਨਾਂ ਨੇ ਸਾਧ ਸੰਗਤ ਜੀ ਖੋਲ ਮਾਰੀਆਂ, ਫੋਲ ਕੇ ਲੱਭ ਗਿਆ, ਲਿਆ ਕੇ ਮਹਾਂਪੁਰਖਾਂ ਕੋਲ ਕਹਿੰਦੇ ਜੀ ਚੀਟਿੰਗ ਕਰਦਾ ਇਹ ਵਾਲਾ ਬੰਦਾ, ਆਹ ਦੇਖੋ ਜੀ, ਕਹਿੰਦਾ ਕਵੀ ਸੰਤੋਖ ਸਿੰਘ ਜੀ ਦੀ ਤੁਹਾਨੂੰ ਸੁਣਾਈ ਜਾਂਦਾ। ਮਹਾਂਪੁਰਖਾਂ ਨੇ ਸੱਦ ਲਿਆ, ਕਹਿੰਦੇ ਤੈਨੂੰ ਤਾਂ ਆਪ ਕਾਵਿ ਰਚਨਾ ਕਰਨੇ ਨੂੰ ਕਿਹਾ ਸੀ। ਕਹਿੰਦੇ ਨਹੀਂ ਜੀ, ਰਾਗੀ ਜੀ ਦੀ ਵਧੀਆ ਇਸ ਹਿਸਾਬ ਨਾਲ। ਸੋ ਇਸ ਤਰ੍ਹਾਂ ਆਪਸ ਦੇ ਵਿੱਚ ਸਾਧ ਸੰਗਤ ਜੀ ਸਿੰਘਾਂ ਨੂੰ ਕਾਵਿ ਰਚਨਾ ਕਰਨੀ, ਵੀ ਲਿਆਓ ਤੁਸੀਂ ਕਾਵਿ ਰਚਨਾ ਕਰ ਕਰਕੇ ਸੁਣਨੀ, ਫਿਰ ਅੱਗੇ ਸਿੰਘਾਂ ਨੂੰ ਦੱਸਣਾ। ਇੰਨੀ ਵਿਦਵਤਾ ਸੀ। ਤੇ ਸਿੰਘਾਂ ਨੂੰ ਖੁੱਲ੍ਹ ਹੁੰਦੀ ਸੀ ਵੀ ਜਿਹਨੇ ਆ ਕੇ ਜੋ ਪੁੱਛਣਾ ਹੈ, ਵੀ ਆ ਕੇ ਬਾਣੀ ਵਾਸਤੇ ਕਿਸੇ ਬਾਣੀ ਤੇ ਸ਼ੰਕਾ ਕੋਈ ਕਰਦਾ, ਪਹਿਲਾਂ ਤਾਂ ਆਪ ਜਵਾਬ ਦੇਣ ਦੀ ਕੋਸ਼ਿਸ਼ ਕਰਨੀ, ਨਹੀਂ ਤਾਂ ਫਿਰ ਸਾਨੂੰ ਆ ਕੇ ਪੁੱਛ ਲੈਣਾ। 2 ਜਥੇ ਹੋਇਆ ਕਰਦੇ ਸੀ। ਮਹਾਂਪੁਰਖ ਪਹਿਲਾਂ ਤਾਂ ਆਪ ਵਿਚਰਦੇ ਸੀ, ਬਾਅਦ ਵਿੱਚ ਇੱਕ ਜਥਾ ਜੋ ਕਿ ਸਾਧ ਸੰਗਤ ਜੀ ਮਹੰਤ ਕਪੂਰ ਸਿੰਘ ਜੀ ਬੜੇ ਹੀ ਸਤਿਕਾਰਯੋਗ, ਉਹਨਾਂ ਦਾ ਹੁੰਦਾ ਸੀ। ਦੂਜਾ ਗਿਆਨੀ ਹਰਭਜਨ ਸਿੰਘ ਜੀ ਪਿੰਡਾਂ ਵਿੱਚ ਕਥਾ ਕਰਿਆ ਕਰਦੇ ਸੀ। ਗਰਮੀਆਂ ਦੇ ਮਹੀਨੇ ਆ ਕੇ ਪਿੰਡਾਂ ਦਾ ਰਹਿਣਾ, ਨਹੀਂ ਤਾਂ ਬਾਕੀ ਦਿਨ ਪਿੰਡਾਂ ਵਿੱਚ ਸਾਧ ਸੰਗਤ ਜੀ ਵਿਚਰ ਕੇ ਕਥਾ ਕਰਨੀ। ਕੀਰਤਨ ਨਾਲ ਰਾਗੀ ਸਿੰਘ ਹੁੰਦੇ ਸੀ। ਤੇ ਅੱਗੇ ਵਿਦਿਆਰਥੀਆਂ ਅੰਦਰ ਵੀ ਇੰਨਾ ਤਿਆਗ ਹੁੰਦਾ ਸੀ, ਮਾਇਆ ਨਹੀਂ ਤਾਂ ਸਾਰੀ ਲਿਜਾ ਕੇ ਆਪਣੇ ਸਥਾਨ ਤੇ ਲਾਉਂਦੇ। ਜਿਹੜੇ ਸਿੰਘ ਨਾਲ ਰਹੇ ਨੇ, ਰਾਗੀ ਹਰਜਿੰਦਰ ਸਿੰਘ ਜੀ, ਉਹਨਾਂ ਨੂੰ ਪੁੱਛ ਲਿਓ, ਕਹਿੰਦੇ ਕਦੇ ਮਾਇਆ ਨਹੀਂ ਸੀ ਲਿਜਾਂਦੇ, ਉਸ ਗੁਰੂ ਘਰ ਨੂੰ ਹੀ ਦੇ ਦਿੰਦੇ ਸੀ ਵੀ ਤੁਹਾਡੇ ਸੱਚਖੰਡ ਬਣਨੇ ਵਾਲਾ, ਪਾਲਕੀ ਸਾਹਿਬ ਬਣਨ ਵਾਲੀ, ਇੱਥੇ ਹੀ ਸੇਵਾ ਲਾ ਦਿਓ। ਇੰਨਾ ਤਿਆਗ ਹੋਇਆ ਕਰਦਾ ਸੀ। ਇਹੋ ਜਿਹਾ ਜੀਵਨ ਸਾਧ ਸੰਗਤ ਜੀ ਬੇਅੰਤ, ਜੋ ਕਿ ਗਿਆਨੀ ਭਗਵਾਨ ਸਿੰਘ ਜੀ ਹੁਣਾਂ ਪਾਸ ਨੇ ਵੀ ਦੱਸੀ ਇੱਕ ਵਾਰ ਤਾਂ ਸਾਧ ਸੰਗਤ ਜੀ। ਮੈਂ ਇੱਕ ਵਾਰ ਪੁੱਛਿਆ, ਮੈਂ ਗਿਆਨੀ ਜੀ ਵੀ ਜਪਾ ਜਾਪ ਬਾਰੇ ਕੁਛ ਦੱਸੋ। ਬਈ ਕਹਿੰਦੇ ਸਿੰਘ ਵੀ ਤੁਸੀਂ ਤਾਂ, ਮੈਂ ਕਿਹਾ ਜਾਪ ਕਰਦੇ। ਕਹਿੰਦੇ ਇੱਕ ਵਾਰ ਮੈਂ ਅਨੁਭਵ ਕੀਤਾ, ਤੇ ਉਹਨਾਂ ਦੇ ਦੱਸਣ ਦੀ ਬਾਤ ਹੈ, ਉਹਨਾਂ ਨੂੰ ਤੁਸੀਂ ਪੁੱਛ ਕੇ ਕਨਫਰਮ ਵੀ ਕਰ ਲਿਓ। ਮੈਂ ਕਿਹਾ ਜੀ ਜਾਪ, ਕਹਿੰਦੇ ਜੀ ਅੰਦਰ ਜਦੋਂ ਜਾਪ ਸਿੰਘ ਕਰਦੇ ਨੇ ਵੀ ਤੇਜ਼ ਹੋ ਜਾਂਦਾ। ਕਹਿੰਦੇ ਹਾਂਜੀ, ਵੀ ਜਦੋਂ ਵੀ ਸਿੰਘ ਕਰਦੇ ਰਹਿੰਦੇ ਨੇ ਘੰਟੇ ਵਿੱਚ ਹੀ 32-33 ਮਾਲਾ ਕਰ ਲੈਂਦੇ ਨੇ ਮੂਲ ਮੰਤਰ ਦੀਆਂ। ਜਪਾ ਜਾਪ ਕਹਿੰਦੇ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ। ਕਹਿੰਦੇ ਇੱਕ ਵਾਰ ਉਹ ਭਿੰਡਰਾਂ ਗਏ ਹੋਏ ਸੀ, ਕਹਿੰਦੇ ਉਦੋਂ ਬੜਾ ਉਦਾਸ ਸੀ, ਵਿਰਾਗ ਸੀ ਚਿੱਤ ਦੇ ਵਿੱਚ। ਕਹਿੰਦੇ ਮਹਾਂਪੁਰਖਾਂ ਦੇ ਜੋੜੇ ਪਏ ਸੀ, ਵੀ ਮੈਂ ਸੋਚਿਆ ਵੀ ਚੰਗੇ ਭਾਗ ਹੋਣਗੇ ਵੀ ਮਸਤਕ ਲਾ ਦਈਏ, ਸੀਸ ਲਾ ਦਈਏ। ਕਹਿੰਦੇ ਮੈਂ ਸੀਸ ਲਾਇਆ, ਕਹਿੰਦੇ ਉਦੋਂ ਮੈਂ ਜਪਾ ਜਾਪ ਦਾ ਅਨੁਭਵ ਕੀਤਾ ਸੀ। ਕਹਿੰਦੇ ਇਹੋ ਜਿਹਾ ਪ੍ਰਵਾਹ ਛੁੱਟਿਆ। ਉਹਨਾਂ ਦੀ ਸੁਣਾਈ ਹੋਈ ਵਾਰਤਾ। ਤੇ ਹੋਰ ਸਿੰਘਾਂ ਨੇ ਵੀ ਸਾਧ ਸੰਗਤ ਜੀ ਬੇਅੰਤ ਬਈ ਕਮਾਈ ਦੀਆਂ ਗੱਲਾਂ ਪੁੱਛਣੀਆਂ, ਮਹਾਂਪੁਰਖਾਂ ਨੇ ਦੱਸਣੀਆਂ। ਤੇ ਅੱਗੇ ਸਿੰਘਾਂ ਨੂੰ ਜਾਪ ਬਾਣੀ ਦਾ ਹੀ ਕਹਿੰਦੇ ਕਰਦੇ ਸੀ ਵੀ ਬਾਣੀ ਪੜ੍ਹੋ ਜਿੰਨੀ ਪੜ੍ਹ ਸਕਦੇ। ਗੁਰੂ ਘਰ ਨੂੰ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਾਪ, ਕਥਾ ਕੀਰਤਨ ਸੁਣਦਿਆਂ ਵਾਹਿਗੁਰੂ ਵਾਹਿਗੁਰੂ ਜਾਪ। ਕਹਿੰਦੇ ਕੋਈ ਰੋਕਦਾ ਨਹੀਂ ਤੁਹਾਨੂੰ। ਤੇ ਦੂਜਾ ਸਾਧ ਸੰਗਤ ਜੀ ਜਿੰਨੇ ਸੰਤ ਮਹਾਤਮਾ ਨੇ, ਬਾਈ ਜੀ, ਬਾਈ ਅਵਤਾਰ ਸਿੰਘ ਜੀ, ਸੰਤ ਹਰੀ ਸਿੰਘ ਜੀ, ਸਾਰਿਆਂ ਨੇ ਦੇਖਿਆ। ਇਹ ਮੈਂ ਆਪ ਦੇਖਿਆ। ਸੰਤ ਸੁਰਜੀਤ ਸਿੰਘ ਜੀ ਸੋਧੀ ਜੀ, ਜਦੋਂ ਮੈਂ ਰਹਿਣ ਵਾਸਤੇ ਸਾਧ ਸੰਗਤ ਜੀ ਲੁਧਾਈ ਕੇ ਗਿਆ ਸੀ, ਇੰਨਾ ਨੌਲੇਜ ਨਹੀਂ ਸੀ, ਪਤਾ ਨਹੀਂ ਸੀ ਹੁੰਦਾ। ਆਪਾਂ ਕਿਹਾ ਚਲੋ ਸੰਥਿਆ ਕਰ ਲੈਂਦੇ ਨੇ। ਉੱਥੇ ਸਿੰਘਾਂ ਨੇ ਕਹਿਣਾ, ਜੋਗੇਵਾਲ ਤੋਂ ਵੀ ਸਿੰਘ ਆਉਂਦੇ ਹੁੰਦੇ ਸੀ ਕਥਾ ਸਿੱਖਣ ਵਾਸਤੇ ਉਸਤਾਦ ਜੀ ਤੋਂ। ਉਹਨੇ ਕਹਿਣਾ ਜੀ ਭਿੰਡਰਾਂ ਚੱਲੇ। ਮੈਂ ਕਿਹਾ ਭਿੰਡਰਾਂ ਕੀ ਹੈ? ਉਸਤਾਦ ਜੀ ਨੂੰ ਵੀ ਮੈਂ ਜਾਂਦਿਆਂ ਦੇਖਿਆ ਉੱਥੇ ਜਾਣਾ। ਕਹਿੰਦੇ ਸੰਗਰਾਂਦ ਦੇ ਜੀ ਚਲੋ ਕਥਾ ਸੁਣਾਂਗੇ। ਮੈਂ ਕਿਹਾ ਚਲੋ ਜਾ ਆਨੇ, ਆਪਾਂ ਵੀ ਦੇਖ ਲਈਦਾ ਸੀ। ਹੋਰ ਸਿੰਘਾਂ ਨੇ ਕਹਿਣਾ ਜੀ ਭਿੰਡਰਾਂ ਜਾਣਾ। ਹੋਰ ਜਿੰਨੇ ਮਹਾਤਮਾ ਸੀ, ਜਿੰਨੇ ਆਪਾਂ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਕਥਾ ਸੁਣਦੇ ਹਾਂ, ਸਾਰੇ ਉੱਥੇ ਜਾ ਕੇ ਨਕਮਸਤਕ ਹੋਇਆ ਕਰਦੇ। ਉੱਥੇ ਕਹਿੰਦੇ ਵੀ ਇਹ ਵੱਡੇ ਸੰਤ ਨੇ, ਸੰਤਾਂ ਦੇ ਸੰਤ ਸੀ। ਇਸ ਕਰਕੇ ਜਪੀਏ ਬਾਣੀ ਪੜ੍ਹਨ ਵਾਲੇ, ਉਹ ਵੀ ਉੱਥੇ ਜਾ ਕਰਕੇ ਆਪਣੀਆਂ ਕੁੰਡੀਆਂ ਜਿਹੜੀਆਂ ਜਿੱਥੇ ਫਸੀਆਂ ਹੁੰਦੀਆਂ ਸੀ ਖੁਲਾਇਆ ਕਰਦੇ ਸੀ। ਇਹੋ ਜਿਹਾ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਸੀ। ਜਪ ਤਪ ਸੰਜਮ ਤਿਆਗ ਮਨ, ਵਿਦਿਆ ਭਾਨ ਪ੍ਰਕਾਸ਼, ਮੋਹਨ ਮੋਹਨਾ ਮਨ ਵਿਖੈ। ਮੋਹਣੀ ਜਿਹੜੀ ਮੋਹ ਹੈ, ਮੋਹ ਲੈਣ ਵਾਲੀ ਜਿਹੜੀ ਮਾਇਆ ਹੈ, ਇਹਦਾ ਮੋਹ ਨਹੀਂ ਸੀ ਮਨ ਵਿੱਚ। ਵਿਸ਼ਿਆਂ ਨੂੰ ਕੀਨੋ ਨਾਸ, ਸਾਰੇ ਵਿਸ਼ਿਆਂ ਨੂੰ ਸਾਧ ਸੰਗਤ ਜੀ ਨਾਸ ਕੀਤਾ ਹੋਇਆ ਸੀ। ਇਹੋ ਜਿਹਾ ਜੀਵਨ ਆਪ ਜੀ ਦਾ ਚਾਨਣ ਮੁਨਾਰਾ, ਜਿਨ੍ਹਾਂ ਨੂੰ ਸਾਧ ਸੰਗਤ ਜੀ ਯਾਦ ਕਰ ਰਹੇ ਹਾਂ। ਇਸੇ ਤਰ੍ਹਾਂ
ਜਗ ਦੇ ਉੱਤੇ ਸਾਧ ਸੰਗ ਜੀ ਬੇਅੰਤ ਸਾਧੂ ਮਹਾਤਮਾ ਆਉਂਦੇ, ਪਰ ਜਿਹੜਾ ਤਿਆਗ ਵਿਰਾਗ ਸਾਧ ਸੰਗ ਜੀ ਗਿਆਨੀ ਜਿਹੜਾ ਵਿਦਵਾਨ ਪੁਰਸ਼ ਹੁੰਦਾ ਨਾ, ਉਹ ਪਹਿਲਾਂ ਦੇਖਦਾ ਵੀ ਇਹਦੇ ਅੰਦਰ ਵੀ ਮਹਾਰਾਜ ਤਾਂ ਕਹਿੰਦੇ ਵੀ ਤਿਆਗ ਹੁੰਦਾ ਹੈ। ਸਹਿਸਕ੍ਰਿਤੀ ਦੇ ਅੰਦਰ ਆਉਂਦਾ, ਮਹਾਰਾਜ ਜੀ ਲਿਖਦੇ, ਨਾਨਕ ਭੋਜਨ ਅਨਕ ਪ੍ਰਕਾਰ ਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ ਸਹਿਣਸ਼ੀਲ ਸੰਤੰ ਸਮ ਮਿਤਰਸ ਦੁਰਜਨ ਹੈ। ਕਹਿੰਦੇ ਸੰਤਾਂ ਦਾ ਤਾਂ ਇਹੋ ਜਿਹਾ ਸੀਲ ਸੁਭਾਅ ਹੁੰਦਾ ਹੈ ਬਈ ਜੇ ਮਿੱਤਰ ਆ ਕੇ ਨਾ ਅਨੇਕਾਂ ਤਰ੍ਹਾਂ ਦੇ ਪਦਾਰਥ ਰੱਖ ਦੇਵੇ, ਉਹਨੂੰ ਵੀ ਉਹਦੇ ਵਿੱਚ ਵੀ ਪਰਮੇਸ਼ਵਰ ਨੂੰ ਦੇਖਦੇ, ਵੈਰੀ ਆ ਜਾਵੇ ਉਹਦੇ ਵਿੱਚ ਵੀ ਪਰਮੇਸ਼ਵਰ ਨੂੰ ਦੇਖਦੇ। ਇਸ ਤਰ੍ਹਾਂ ਦਾ ਸਾਧ ਸੰਗ ਜੀ ਆਪ ਜੀ ਦਾ ਜੀਵਨ। ਸੋ ਜੋ ਸਾਧ ਸੰਗ ਜੀ ਪਾਵਨ ਪਵਿੱਤਰ ਹੁਕਮਨਾਮੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਉਹਨਾਂ ਦੀ ਵਿਚਾਰ ਸ਼ਰਵਣ ਕਰੀਏ। ਬੇਅੰਤ ਸਾਧ ਸੰਗ ਜੀ ਉਹਨਾਂ ਦੀ ਜੀਵਨ ਅਗਾਧ ਬੋਧ। ਬਾਕੀ ਜਿਹੜੇ ਸਿੰਘ ਰਹੇ ਨੇ ਉਹਨਾਂ ਕੋਲੋਂ ਤੁਸੀਂ ਪੁੱਛ ਸਕਦੇ। ਉਹਨਾਂ ਦੀ ਜਗ੍ਹਾ ਤੇ ਹੁਣ ਜਿਹੜੀ ਸੇਵਾ ਹੈ ਉਹ ਮਹੰਤ ਕਪੂਰ ਸਿੰਘ ਜੀ ਨੂੰ ਮਿਲੀ ਹੈ। ਆਪ ਜੀ ਦਾ ਜੀਵਨ ਵੀ, ਆਪ ਜੀ ਜਥੇ ਵਿੱਚ 22 ਸਾਲ ਦੀ ਉਮਰ ਵਿੱਚ, ਸਿੰਘ ਦੱਸਦੇ 18 ਤੋਂ 22 ਸਾਲ ਦੀ ਉਮਰ ਸੀ ਜਦੋਂ ਜਥੇ ਵਿੱਚ ਆਉਣਾ ਚਾਹੁੰਦੇ ਸੀ। ਨਹੀਂ ਤਾਂ ਪਹਿਲਾਂ ਪਿੰਡ ਰਹਿੰਦੇ ਸੀ, ਉੱਥੇ ਜੋ ਸਥਾਨ ਸੀ ਉੱਥੇ ਮਹੰਤ ਹਰਦਿਆਲ ਸਿੰਘ ਜੀ ਸੀ, ਉਹਨਾਂ ਕੋਲ ਰਹਿੰਦੇ ਸੀ। ਉਹਨਾਂ ਕੋਲ ਰਹਿੰਦਿਆਂ ਸਿੰਘ ਆਏ, ਉੱਥੇ ਆਪ ਜੀ ਸੇਵਾ ਕਰਿਆ ਕਰਦੇ ਸੀ। ਤੇ ਉੱਥੋਂ ਸਾਧ ਸੰਗ ਜੀ ਸਿੰਘਾਂ ਨੇ ਵੀ ਜ਼ੋਰ ਪਾਇਆ ਵੀ ਤੁਸੀਂ ਸਾਡੇ ਨਾਲ ਆ ਜਾਓ। ਮਹਾਂਪੁਰਖਾਂ ਨਾਲ ਹੁਣ ਜਥੇ ਵਿੱਚ 200-300 ਸਿੰਘ ਹਮੇਸ਼ਾ ਨਾਲ ਹੀ ਹੁੰਦਾ ਸੀ, ਕਈ ਵੇਲੇ ਜ਼ਿਆਦਾ ਹੋ ਜਾਣਾ, ਘੱਟ ਜਾਣਾ। ਹਜ਼ੂਰ ਸਾਹਿਬ ਨੂੰ ਜਾਣਾ ਸੀ ਉਸ ਵੇਲੇ ਜਥੇ ਨੇ, ਕਹਿੰਦੇ ਜੀ ਨਾਲ ਹੀ ਆ ਜਾਓ। ਉਹ ਮਹਾਂਪੁਰਖ ਕਹਿੰਦੇ ਨਹੀਂ ਤੁਸੀਂ ਨਾਲ ਨਹੀਂ ਆਉਣਾ, ਕਹਿੰਦੇ ਇੱਥੇ ਰਹੋ, ਜਦੋਂ ਅਸੀਂ ਭਿੰਡਰਾਂ ਆਵਾਂਗੇ ਨਾ ਉਦੋਂ ਨਾਲ ਰਲ ਜਾਓ। ਸਿੰਘਾਂ ਨੇ ਜ਼ੋਰ ਪਾਇਆ, ਚੋਰੀ ਚੋਰੀ ਨਾਲ ਲੈ ਗਏ। ਨਾਲ ਲੈ ਗਏ। ਜਦੋਂ ਸਾਧ ਸੰਗ ਜੀ ਉੱਥੇ ਕਲਕੱਤੇ ਵੱਲ ਗਏ ਹੋਏ ਸੀ, ਅੱਗੇ ਗਏ ਹੋਏ ਸੀ, ਉੱਥੇ ਆ ਕੇ ਖਬਰ ਪਤਾ ਲੱਗੀ ਵੀ ਜਿਨ੍ਹਾਂ ਕੋਲ ਮਹੰਤ ਜੀ ਰਹਿੰਦੇ ਸੀ ਉਹਨਾਂ ਦਾ ਨਾਮ ਸੀ ਮਹੰਤ ਦਿਆਲ ਸਿੰਘ ਜੀ ਸੀ, ਜਾਂ ਮਹੰਤ ਹਰਦੇਵ ਸਿੰਘ ਜੀ, ਦਾਸ ਨੂੰ ਹੁਣ ਵਿਸਰ ਗਿਆ। ਉਹ ਜੀ ਕਹਿੰਦੇ ਚੜ੍ਹਾਈ ਕਰ ਗਏ। ਆਪ ਜੀ ਨੇ ਬਹੁਤ ਵਿਰਾਗ ਕੀਤਾ ਵੀ ਮਹਾਂਪੁਰਖ ਇਸ ਕਰਕੇ ਕਹਿੰਦੇ ਸੀ ਵੀ ਨਾ ਜਾ। ਫਿਰ ਉਹ ਤੋਂ ਆਪ ਜੀ ਨੂੰ ਸਿੰਘਾਂ ਨੇ, ਪਹਿਲਾਂ ਤੋਂ ਵੀ ਸਿੰਘਾਂ ਨੇ ਫਿਰ ਮਹੰਤ ਜੀ ਸੱਦਿਆ ਕਰਦੇ ਸੀ। ਇਸ ਕਰਕੇ ਵੀ ਬਾਕੀ ਸਿੰਘਾਂ ਨੂੰ ਤਾਂ ਚਲੋ ਸਿੰਘ ਕਹਿੰਦੇ ਨੇ, ਆਪ ਜੀ ਨੂੰ ਮਹੰਤ ਕਿਉਂ ਕਹਿੰਦੇ? ਇਸ ਕਰਕੇ ਵੀ ਮਹੰਤ ਕਹਿੰਦੇ ਸੀ ਵੀ ਪਹਿਲਾਂ ਜਿਹਨਾਂ ਕੋਲ ਰਹਿੰਦੇ ਸੀ ਉਸ ਸਥਾਨ ਦੀ ਮਹੰਤੀ ਵੀ ਕਹਿੰਦੇ ਆਪ ਜੀ ਨੂੰ ਹੀ ਮਿਲਣੀ ਸੀ। ਇਸ ਕਰਕੇ ਮਹੰਤ ਕਪੂਰ ਸਿੰਘ ਜੀ ਆਪ ਜੀ ਦਾ ਸਾਧ ਸੰਗ ਜੀ ਨਾਮ ਪਿਆ। ਤੇ ਬਾਕੀ ਅਸਥਾਨ ਦੇ ਉੱਤੇ ਵੀ ਮਹਾਂਪੁਰਖ ਨਹੀਂ ਸੀ, ਪਿੰਡਾਂ ਤੋਂ ਕੋਈ ਪ੍ਰੋਗਰਾਮ ਵੀ ਮਹਾਂਪੁਰਖ ਇੱਥੇ ਆ ਕੇ ਕਥਾ ਕਰੋ, ਮਹੰਤ ਜੀ ਹੀ ਸਾਂਭਿਆ ਕਰਦੇ ਸੀ। ਡਾਇਰੀ ਵਿੱਚ ਲਿਖਣਾ ਕਿਨੇ 20 ਦਿਨ ਇੱਥੇ ਕਥਾ ਕਰਨੀ ਹੈ, ਕਿੱਥੇ ਕਿੰਨੇ ਦਿਨ ਕਥਾ ਕਰਨੀ ਹੈ, ਅੰਮ੍ਰਿਤ ਛਕਾਉਣਾ ਹੈ, ਅੰਮ੍ਰਿਤ ਛਕਾਉਣ ਦੀ ਸੇਵਾ ਵੀ ਮਹੰਤ ਜੀ ਦੀ ਹੋਇਆ ਕਰਦੀ ਸੀ। ਇਸ ਕਰਕੇ ਮਹੰਤ ਕਪੂਰ ਸਿੰਘ ਜੀ ਸਾਧ ਸੰਗ ਜੀ ਹੁਣ ਅਸਥਾਨ ਦੀ ਸੇਵਾ ਸਾਂਭ ਰਹੇ ਨੇ। ਆਪ ਜੀ ਵੀ 78 ਤੋਂ 80 ਸਾਲ ਦੀ ਆਪ ਜੀ ਦੀ ਆਯੂ ਹੈ। ਬੜਾ ਵਿਰਾਗ ਤਿਆਗ ਹੈ। ਇੰਨੇ ਸਾਲ ਰਹਿ ਕੇ ਉੱਥੇ ਸਾਧ ਸੰਗ ਜੀ ਜੀਵਨ ਬਤੀਤ ਕੀਤਾ। ਤੇ ਨਾਲ ਹੀ ਭਾਈ ਸਾਧੂ ਸਿੰਘ ਜੀ ਦੀ ਇਸ ਤਰ੍ਹਾਂ ਦੱਸਿਆ ਕਰਦੇ, ਉੱਥੇ ਤਾਂ ਸਿੰਘਾਂ ਅੰਦਰ ਇੰਨਾ ਤਿਆਗ ਹੈ। ਸਾਧੂ ਸਿੰਘ ਜੀ ਸਾਧ ਸੰਗ ਜੀ ਦੇਗੀਆ ਜਿਨ੍ਹਾਂ ਨੂੰ ਸੱਦਦੇ ਨੇ, ਉਹਨਾਂ ਨੂੰ 20-22 ਸਾਲ ਹੋ ਗਏ ਜਥੇ ਵਿੱਚ ਰਹਿੰਦੇ ਆ। ਕਹਿੰਦੇ ਮਹਾਂਪੁਰਖੋ ਆਗਿਆ ਦੇ ਦਿਓ ਮੈਂ ਪਿੰਡ ਦੇਖ ਆਵਾਂ। 20-22 ਸਾਲ ਬਾਅਦ ਪਿੰਡ ਯਾਦ ਕੀਤਾ, ਕਹਿੰਦੇ ਦੇਖ ਆਵਾਂ ਜੀ। ਕਹਿੰਦੇ ਜਾ ਆਓ। ਗਏ, ਵਾਪਸ ਆ ਗਏ। ਕਹਿੰਦੇ ਜੀ ਬੜੀ ਛੇਤੀ ਆ ਗਏ। ਕਹਿੰਦੇ ਗਿਆ ਸੀ, ਘਰ ਹੀ ਨਹੀਂ ਲੱਭਾ, ਮੇਰਾ ਘਰ ਕਿੱਥੇ ਆ? ਇਹੋ ਜਿਹਾ ਤਿਆਗ ਸੀ, ਸਾਰੀ ਉਮਰ ਸੇਵਾ ਸਿਮਰਨ ਦੇ ਵਿੱਚ ਹੀ ਲਾ ਦਿੱਤੀ। ਇਹੋ ਜਿਹੇ ਸਿੰਘ ਉੱਥੇ ਰਹਿੰਦੇ ਨੇ ਤਿਆਗੀ ਵਿਰਾਗ, ਕਮਾਈਆਂ ਕਰਨ ਵਾਲੇ। ਉਹਨਾਂ ਮਹਾਂਪੁਰਖਾਂ ਨੂੰ ਯਾਦ ਕਰ ਰਹੇ, ਜਿਵੇਂ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਰਹੇ, ਉਹ ਸਾਧ ਸੰਗ ਜੀ ਸ਼ਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਮਹਾਰਾਜ ਜੀ ਸ਼ਲੋਕ ਉਚਾਰ ਰਹੇ ਨੇ। ਸਵੈ ਲੋਕ ਦੀ ਪ੍ਰਾਪਤੀ ਕਰਾ ਦੇਣ ਵਾਲਾ ਅਖੀਰਲੀ ਸਾਧ ਸੰਗ ਜਿੱਥੇ ਵਾਰ ਦੀ ਸਮਾਪਤੀ ਸਤਿਗੁਰੂ ਮਹਾਰਾਜ ਜੀ ਕਰਦੇ ਨੇ। ਵਾਰ ਦੀਆਂ ਜਿੰਨੀਆਂ ਪੌੜੀਆਂ ਹੋਣਗੀਆਂ ਚੌਥੇ ਪਾਤਸ਼ਾਹ ਮਹਾਰਾਜ ਜੀ ਦੀਆਂ ਹੁੰਦੀਆਂ ਨੇ, ਕਿਉਂਕਿ ਵਾਰ ਦੇ ਸ਼ੁਰੂ ਵਿੱਚ ਲਿਖਿਆ ਹੁੰਦਾ ਹੈ। ਜੇ ਤਾਂ ਲਿਖਿਆ ਹੋਵੇ ਸੋਰਠ ਕੀ ਵਾਰ ਮਹੱਲਾ ਚੌਥਾ, ਫਿਰ ਜਿੰਨੀਆਂ ਪੌੜੀਆਂ ਹੋਣਗੀਆਂ ਚੌਥੇ ਪਾਤਸ਼ਾਹ ਦੀਆਂ ਹੁੰਦੀਆਂ। ਨਿਯਮ ਹੁੰਦਾ, ਜਦੋਂ ਸੰਥਿਆ ਤੁਸੀਂ ਕਰਦੇ ਹੋ ਉਦੋਂ ਤੁਹਾਡੇ ਉਸਤਾਦ ਜੀ ਤੁਹਾਨੂੰ ਦੱਸਣਗੇ ਬਈ ਪੌੜੀ ਲਿਖਿਆ ਹੈ। ਪੌੜੀ ਨਾਲ ਇਹਦਾ ਇਹ ਮਤਲਬ ਨਹੀਂ ਵੀ ਪੌੜੀ ਕਿਹਦੀ ਹੈ, ਗੁਰੂ ਸਾਹਿਬ ਜੀ ਇਹ ਚੌਥੇ ਪਾਤਸ਼ਾਹ ਦੀ ਹੈ। ਕਿਉਂ ਸੋਰਠ ਰਾਗ ਜਦੋਂ ਸ਼ੁਰੂ ਹੁੰਦਾ ਨਾ, ਉੱਥੇ ਤੁਹਾਨੂੰ ਲਿਖਿਆ ਮਿਲੇਗਾ। 12 ਭਾਵੇਂ ਚੈੱਕ ਕਰ ਲਿਓ ਤੁਸੀਂ, ਸਾਰਿਆਂ ਦੇ ਸ਼ੁਰੂ ਵਿੱਚ ਲਿਖਿਆ ਹੁੰਦਾ ਵੀ ਪੌੜੀਆਂ ਕਿਹੜੇ ਗੁਰੂ ਸਾਹਿਬ ਜੀ ਦੀਆਂ ਹੋਣਗੀਆਂ। ਮਹੱਲੇ ਸ਼ਲੋਕ ਉਹਨਾਂ ਨਾਲ ਲਿਖਿਆ ਹੁੰਦਾ ਬਗੈਤਾ ਵੀ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ। ਤੀਜੇ ਪਾਤਸ਼ਾਹ ਮਹਾਰਾਜ ਜੀ ਸ਼ਲੋਕ ਉਚਾਰ ਰਹੇ ਨੇ। ਏ ਮਨ ਹਰਿ ਜੀ ਧਿਆਏ ਤੂੰ। ਹੇ ਮਨਾ, ਉਹ ਹਰੀ ਜੀ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਤੂੰ ਧਿਆਣਾ ਕਰ। ਕਹਿੰਦੇ ਕੀ ਪ੍ਰਾਪਤ ਹੋਊਗਾ? ਧੇ ਆਏ। ਇਹ ਜਿਹੜਾ ਅਰਥ ਸੀ ਸਾਧ ਸੰਗ ਜੀ, ਇਹ ਸੰਤ ਇੰਦਰਜੀਤ ਸਿੰਘ ਜੀ ਹੁਣੀ ਮਹਾਂਪੁਰਖਾਂ ਕੋ ਵੀ ਦਾਸ ਨੂੰ ਕੁਝ ਸਮਾਂ ਰਹਿਣ ਦਾ ਸਮਾਂ ਪ੍ਰਾਪਤ ਹੋਇਆ। ਉਹ ਸਿੰਘ ਇੱਕ ਵਾਰ ਮਸਾਜ ਕਰਦਾ ਸੀ, ਉਹਨਾਂ ਦੇ ਵੀ ਤੇਲ ਲਾਉਂਦਾ ਸੀ, ਤੇ ਉਹ ਨਾ ਪੰਕਤੀ ਇੱਕ ਪੜ੍ਹੀ, ਉਹਦੇ ਵਿੱਚ ਧਿਆਈਆ ਸ਼ਬਦ ਆਉਂਦਾ ਸੀ। ਕਹਿੰਦੇ ਧਿਆਈਏ ਦਾ ਕੀ ਅਰਥ ਹੁੰਦਾ? ਉਹ ਸਿੰਘ ਕਹਿੰਦਾ ਜੀ ਧਿਆਉਣਾ। ਕਹਿੰਦੇ ਇਹ ਥੋੜ੍ਹਾ ਅਰਥ ਹੁੰਦਾ। ਕਹਿੰਦੇ ਧਿਆਈਏ ਦਾ ਅਰਥ ਹੁੰਦਾ ਤ੍ਰਿਕੁਟੀ ਧਿਆਤਾ ਧਿਆਨ ਧੇ ਆਈਆ, ਜਿਹਨੂੰ ਇਹ ਸਾਧ ਸੰਗ ਜੀ ਵਿਦਵਾਨਾਂ ਇਹ ਵਿਦਾਂਤ ਹੈ। ਇਹਦੇ ਵਿੱਚ ਤ੍ਰਿਕੁਟੀ ਹੁੰਦੀ ਜਦੋਂ ਆਪਾਂ ਧਿਆਨ ਲਾਉਂਦੇ ਨਾ, 3 ਚੀਜ਼ਾਂ ਉਹਦੇ ਵਿੱਚ ਹੁੰਦੀਆਂ।
ਧਿਆਤਾ ਧਿਆਉਣ ਵਾਲਾ, ਜਿਹਦਾ ਧਿਆਨ ਲਾਈਏ, ਜਿਹਦੇ ਨਾਲ ਧਿਆਨ ਲਾਈਏ। ਮੈਂ ਧਿਆਨ ਹੋ ਗਿਆ ਫੋਕਸ, ਮੈਂ ਹੋ ਗਿਆ ਪਰਮੇਸ਼ਰ ਦਾ ਧਿਆਨ। ਤਿੰਨ ਚੀਜ਼ਾਂ ਹੋ ਗਈਆਂ, ਇਹਨੂੰ ਤ੍ਰਿਕੁਟੀ ਕਹਿੰਦੇ ਨੇ। ਜਿਹੜਾ ਸ਼ਬਦ ਹੈ ਨਾ ਤੂੰ ਕਰਦਾ ਤੂੰ ਹੁਆ, ਬਈ ਉਹਨੂੰ ਧਿਆਉਂਦਾ ਧਿਆਉਂਦਾ ਉਹਦਾ ਹੀ ਰੂਪ ਹੋ ਜਾਣਾ। ਉਹ ਜਿਹੜਾ ਧੇ ਜਿਹਦਾ ਆਪਾਂ ਧਿਆਨ ਲਾ ਰਹੇ ਉਹ ਆ ਜਾਵੇ ਹਿਰਦੇ 'ਚ, ਉਹਦਾ ਸਰੂਪ ਆਪਣੇ ਸਰੂਪ ਦੀ ਸਾਖਿਆਤ ਹੋ ਜਾਵੇ, ਉਹਦਾ ਹੀ ਰੂਪ ਹੋ ਜਾਣਾ, ਇਹਨੂੰ ਕਹਿੰਦੇ ਧੇ ਆਏ। ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ, ਇਹ ਮਨਾ ਵੀ ਉਹ ਹਰੀ ਜੀ ਨੂੰ ਧਿਆ ਫਲ ਕੀ ਧੇ ਆਏ। ਉਹ ਜੋ ਜਿਹਦਾ ਤੂੰ ਧਿਆਨ ਲਾਏਗਾ ਉਹ ਤੇਰੇ ਹਿਰਦੇ ਵਿੱਚ ਆ ਕੇ ਵਸ ਜਾਏਗਾ, ਤੂੰ ਉਹਦਾ ਰੂਪ ਹੋ ਜਾਏਗਾ। ਇੱਕ ਮਨ ਇੱਕ ਚਿੱਤ ਭਾਏ। ਇੱਕ ਮਨ ਚਿੱਤ ਹੋ ਕਰਕੇ ਐਨ ਕਹਿੰਦੇ ਭਾਏ, ਫਿਰ ਮਨ ਚਿੱਤ ਕਰ ਲਿਆ, ਕਹਿੰਦੇ ਭਾਏ ਪ੍ਰੇਮ ਵੀ ਤੇਰੇ ਵਿੱਚ ਹੋਣਾ ਚਾਹੀਦਾ। ਪ੍ਰੇਮ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਜੀ ਨੂੰ ਕਹਿੰਦੇ ਤੂੰ ਧਿਆਨਾ ਕਰ, ਇੱਕ ਚਿੱਤ ਬਿਰਤੀ, ਇਕਾਗਰ ਚਿੱਤ ਬਿਰਤੀ ਕਰ ਕਰਕੇ। ਹਰ ਕੀਆ ਸਦਾ ਸਦਾ ਵਡਿਆਈਆ। ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਹਮੇਸ਼ਾ ਹੀ ਹਮੇਸ਼ਾ ਵਡਿਆਈਆਂ ਕਰ ਮਹਾਰਾਜ ਜੀ, ਵੀ ਤੁਸੀਂ ਆ ਵੀ ਬਖਸ਼ਿਆ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਿੱਖੀ ਬਖਸ਼ ਦਿੱਤੀ, ਨਾਮ ਬਖਸ਼ ਦਿੱਤਾ, ਇਹਨਾਂ ਕੁਝ ਬਖਸ਼ਿਆ, ਕਹਿੰਦੇ ਵਡਿਆਈਆਂ ਹੀ ਕਰ ਲਈਆਂ। ਕਿੱਥੇ ਹੋਰ ਵੀ ਇੰਨੀ ਦੁਨੀਆ ਹੈ ਜਿਨ੍ਹਾਂ ਨੂੰ ਨਹੀਂ ਮਹਾਰਾਜ ਜੀ ਨੇ ਸਿੱਖੀ ਬਖਸ਼ੀ। ਤੈਨੂੰ ਕਿੰਨਾ ਕੁਝ ਬਖਸ਼ ਦਿੱਤਾ ਹੈ, ਤੈਨੂੰ ਸਵਾਸ ਬਖਸ਼ ਦਿੱਤੇ, ਆ ਮਨੁੱਖਾ ਜਨਮ ਬਖਸ਼ ਦਿੱਤਾ, ਸੰਗਤ ਬਖਸ਼ ਦਿੱਤੀ, ਵਡਿਆਈਆਂ ਕਰ ਵੀ ਮਹਾਰਾਜ ਕਿਰਪਾ ਹੀ ਰੱਖੋ। 2 ਸਾਧ ਸੰਜੀ ਜੋੜੇ ਬੱਚੇ ਪੈਦਾ ਹੋ ਗਏ। ਇੱਕ ਸਾਧ ਸੰਜੀ ਪਰਮੇਸ਼ਰ ਦੀਆਂ ਸਿਫਤਾਂ ਕਰੇ, ਮਹਾਰਾਜ ਜਿਵੇਂ ਤੁਸੀਂ ਰੱਖ ਰਹੇ ਹੋ ਭਾਣੇ ਵਿੱਚ। ਉਹ ਦੂਜਾ ਗਾਲਾਂ ਕੱਢਿਆ ਕਰੇ, ਕਹਿੰਦਾ ਕਾਹਦਾ ਭਾਣੇ 'ਚ? ਕਹਿੰਦਾ ਇੱਕ ਸਰੀਰ ਅੱਧਾ ਤੇਰਾ ਅੱਧਾ ਮੇਰਾ। ਆ ਕੀ ਕਰਤਾ? ਕਹਿੰਦਾ ਪਰਮੇਸ਼ਰ ਨੇ ਮੈਂ ਗਾਲਾਂ ਕੱਢੇ। ਉਹ ਦੂਜਾ ਕਹੇ ਨਹੀਂ, ਕਹਿੰਦੇ ਪਰਮੇਸ਼ਰ ਹਲੇ ਵੀ ਸਾਡਾ ਭਾਣਾ। ਉਹ ਜਿਹੜਾ ਭਾਣਾ ਮੰਨਦਾ ਸੀ ਪਰਮੇਸ਼ਰ ਦਾ ਧੰਨਵਾਦ ਵਡਿਆਈਆਂ ਕਰੇ, ਉਹ ਸਾਧ ਸੰਜੀ ਚੜ੍ਹਾਈ ਕਰ ਗਿਆ। ਹੁਣ ਉਹ ਸਰੀਰ ਮਰ ਗਿਆ ਸੀ, ਅੱਧਾ ਸਰੀਰ ਮਰਿਆ, ਉਹ ਦੂਜਾ ਨਾਲ ਘਸੀਟੀ ਪਰੇ, ਨਾਲੇ ਬਦਬੂ ਆਵੇ ਉਹਦੇ ਤੋਂ। ਇਸ ਕਰਕੇ ਵਡਿਆਈਆਂ ਹੀ ਕਰ ਵੀ ਜਿੱਥੇ ਵੀ ਤੂੰ ਹੈ ਮਹਾਰਾਜ ਜੀ ਰੱਖ ਰਹੇ ਤੈਨੂੰ, ਵੀ ਬਹੁਤ ਕਿਰਪਾ ਹੈ। ਇਹਦੇ ਨਾਲੋਂ ਕਿਤੇ ਜ਼ਿੰਦਗੀ ਸਾਧ ਸੰਜੀ ਹੋਰ ਨਰਕਮਈ ਹੋ ਸਕਦੀ ਹੈ। ਵੀ ਕਿਰਪਾ ਹੀ ਮਹਾਰਾਜ ਜੀ ਕਰੋ, ਵਡਿਆਈਆਂ ਹੀ, ਵੀ ਮਹਾਰਾਜ ਜੀ ਤੁਹਾਡੇ ਕੋਲ ਹੀ ਚਰਨਾਂ ਦਾ ਹੀ ਪਿਆਰ ਹਮੇਸ਼ਾ ਬਖਸ਼ੋ। ਦੇ ਨਾ ਪਛੋਤਾਏ। ਸਤਿਗੁਰੂ ਮਹਾਰਾਜ ਜੀ ਤਾਂ ਦੇਣ ਵਾਲੇ ਹਨ, ਦੇ ਦਾਦੇ ਲੈਦੇ ਥਕ ਪਾਹੇ, ਦੇ ਰਹੇ ਨੇ ਵਡਿਆਈਆਂ, ਬਖਸ਼ਦੇ ਨੇ ਗੁਰਮੁਖਾਂ ਨੂੰ। ਕਹਿੰਦੇ ਪਛਤਾਪ ਨਹੀਂ ਕਰਦੇ, ਪਛਤਾਉਂਦੇ ਨਹੀਂ ਵੀ ਮੈਂ ਇਹਨੂੰ ਕਿਉਂ ਦੇ ਦਿੱਤੀ। ਲੋਕ ਪਛਤਾ ਰਹੇ ਕਿ ਨਹੀਂ, ਵੀ ਕਹਿੰਦੇ ਇਹਨੂੰ ਰਾਜਾ ਕਿਉਂ ਬਣਾਤਾ, ਇਹਨੂੰ ਕਿਉਂ ਵੋਟਾਂ ਪਾ ਦਿੱਤੀਆਂ। ਤੇ ਇਸ ਕਰਕੇ ਕਹਿੰਦੇ ਮਹਾਰਾਜ ਜੀ ਰਾਜ ਭਾਗ ਸਭ ਕੁਝ ਬਖਸ਼ਣ ਵਾਲੇ, ਦੇ ਕੇ ਪਛਤਾਉਂਦੇ ਨਹੀਂ ਹਨ। ਹਉ ਹਰਿ ਕੈ ਸਦ ਬਲਿਹਾਰਣ। ਹਉ ਅਸੀਂ ਤਾਂ ਭਾਈ ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਤੋਂ ਹਮੇਸ਼ਾ ਹੀ ਬਲਿਹਾਰ ਜਾਂਦੇ ਹਾਂ। ਬਲਹਾਰ, ਬਲ ਨਾਮ ਹੁੰਦਾ, ਤਾਕਤ ਦਾ ਹਾਰ ਨਾਮ, ਹਾਰਨੇ ਦਾ ਆਪਣੀ ਤਾਕਤ ਨੂੰ, ਬੁੱਧੀ ਦੀ ਹੰਗਤਾ ਵੀ ਮੈਂ ਤਾਂ ਬਹੁਤ ਗਿਆਨੀ ਹਾਂ, ਵੀ ਮੈਂ ਤਾਂ ਬਹੁਤ ਜਪੀ ਤਪੀ ਹਾਂ, ਇਹਨੂੰ ਕਹਿੰਦੇ ਹਾਰ। ਸ਼ਰਨ ਦੇ ਵਿੱਚ ਮਹਾਰਾਜ ਜੀ ਦੇ ਡਿਗਣਾ ਕਰ। ਜਿਤ ਸੇਵਿਆ ਸੁਖ ਪਾਏ। ਜਿਹਨਾਂ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੇ ਕਰਕੇ ਸੁਖ ਪਾਏ, ਸੁਖ ਸਰੂਪ ਨੂੰ ਪਾ ਲਏਗਾ। ਨਾਨਕ ਗੁਰਮੁਖ ਮਿਲ ਰਹੈ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਹੜੇ ਗੁਰਮੁਖ ਨੇ, ਮੁਖੀ ਗੁਰਾਂ ਵੱਲ ਨੂੰ ਜਿਨ੍ਹਾਂ ਨੇ ਮੁਖ ਕੀਤਾ ਹੈ, ਉਹ ਕਹਿੰਦੇ ਮਿਲਣਾ ਕੀਤਾ ਉਹਨਾਂ ਨੂੰ ਸਾਧ ਸੰਗਤ। ਸੋ ਮਹਾਂਪੁਰਖ ਵੀ ਆਪ ਜੀ ਜਦੋਂ ਅੰਤਲਾ ਸਮਾਂ ਸੀ, ਮਹੰਤ ਜੀ ਨੂੰ 24 ਘੰਟੇ ਪਹਿਲਾਂ ਮਹਾਂਪੁਰਖ ਜਿਸ ਤਰ੍ਹਾਂ ਦਾ ਸਿੰਘਾਂ ਨੇ ਦੱਸਿਆ ਹੈ, ਕਹਿੰਦੇ ਪਹਿਲਾਂ ਕਹਿ ਦਿੱਤਾ ਸੀ ਵੀ ਮਹੰਤਾ ਬਾਹਰ ਕਿਉਂ ਤੁਰਿਆ ਫਿਰਦਾ ਆ ਤੇਰੀ ਵਸਤੂ ਹੈ ਸਾਹ। ਸਿੰਘ ਕੋਲ ਸਨ ਮਹੰਤ ਕਪੂਰ ਸਿੰਘ ਜੀ, ਜਿਸ ਵੇਲੇ ਆਪ ਜੀ ਨੇ ਸਰੀਰ ਤਿਆਗਿਆ, ਨਾਲੇ ਗਿਆਨੀ ਭਗਵਾਨ ਸਿੰਘ ਜੀ ਵੀ ਸੁਖਮਨੀ ਸਾਹਿਬ ਦਾ ਪਾਠ ਸੁਣਾ ਰਹੇ ਸੀ। ਜਦੋਂ ਚੌਬਈ ਸਾਹਿਬ ਦੇ ਅਖੀਰ ਵਿੱਚ ਸਗਲ ਦਵਾਰ ਕੋ ਛੱਡ ਕੇ ਪੜ੍ਹਿਆ, ਉਸ ਵੇਲੇ ਕਹਿੰਦੇ ਆਪ ਜੀ ਨੇ ਸਰੀਰ ਤਿਆਗਿਆ। ਸੋ ਇਸ ਕਰਕੇ ਗੁਰਮੁਖ ਮਿਲ ਰਹੇ ਵੀ ਜਿਹੜੇ ਮਹਾਰਾਜ ਜੀ ਗੁਰਮੁਖ ਨੇ, ਆਪ ਜੀ ਵੱਲ ਨੂੰ ਮੁਖੀ ਕਰਦੇ ਨੇ, ਆਪ ਜੀ ਦਾ ਨਾਮ ਜਪਦੇ ਨੇ, ਉਹਨਾਂ ਨੇ ਆਪ ਦੇ ਵਿੱਚ ਮਿਲ ਰਹੇ, ਮਿਲਣਾ ਕੀਤਾ ਹੈ, ਉਹਨਾਂ ਦੀ ਜੈ ਜੈਕਾਰ ਹੋ ਰਹੀ। ਹਉਮੈ ਸ਼ਬਦ ਜਲਾਏ। ਉਹਨਾਂ ਨੇ ਤਾਂ ਹਉਮੈ ਜਿਹੜੀ ਹੈ ਉਹਨੂੰ ਆਪ ਜੀ ਦੇ ਸ਼ਬਦ ਦੀ ਕਮਾਈ ਕਰਕੇ, ਸ਼ਬਦ ਉਪਦੇਸ਼ ਦਾ ਅਰਥ ਵੀ ਹੁੰਦਾ, ਸ਼ਬਦ ਦੇ ਕਈ ਅਰਥ ਹੁੰਦੇ, ਪ੍ਰਕਰਨ ਦੇ ਨਾਲ ਬਦਲ ਜਾਂਦਾ। ਸ਼ਬਦ ਦਾ ਅਰਥ ਬ੍ਰਹਮ ਵੀ ਹੁੰਦਾ, 5-6 ਅਰਥ ਹੁੰਦੇ ਇਕੱਲੇ ਸ਼ਬਦ ਦੇ। ਸੋ ਇਸ ਕਰਕੇ ਹਉਮੈ ਸ਼ਬਦ ਜਲਾਏ। ਪਹਿਲਾ ਅਰਥ ਸ਼ਬਦ, ਗੁਰਬਾਣੀ ਸ਼ਬਦ ਦੀ ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹਨਾਂ ਨੇ ਹਉਮੈ ਨਾਸ ਕਰ ਲਈ। ਦੂਜਾ ਅਰਥ ਉਪਦੇਸ਼ ਦਾ, ਜਿਨ੍ਹਾਂ ਨੇ ਮਹਾਰਾਜ ਦਾ ਉਪਦੇਸ਼, ਜਿਹੜਾ ਵੀ ਉਪਦੇਸ਼ ਜਿਹਨੂੰ ਬਖਸ਼ਿਆ, ਕਿਉਂਕਿ ਬਚਨ ਵਿੱਚ ਹੀ ਸਾਧ ਸੰਜੀ ਮਹਾਰਾਜ ਜੀ ਦੇ ਕਰਾਮਾਤ ਹੁੰਦੀ ਹੈ। ਜਿਵੇਂ ਭੂਮੀਆ ਚੋਰ ਸੀ, ਉਹਨੂੰ ਕਹਿ ਦਿੱਤਾ ਸੀ ਵੀ ਤੂੰ ਚੋਰੀ ਕਰਕੇ ਲੂਣ ਹੀ ਨਹੀਂ ਖਾਣਾ। ਸਾਖੀ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਉਹਦੀ ਉਹ ਬਚਨ ਵਿੱਚ ਹੀ ਕਲਿਆਣ ਸੀ। ਜਿਨ੍ਹਾਂ ਨੂੰ ਜਿਹੋ ਜਿਹਾ ਮਹਾਰਾਜ ਜੀ ਨੂੰ ਉਪਦੇਸ਼ ਬਖਸ਼ਿਆ, ਉਹੋ ਜਿਹਾ ਉਹਨਾਂ ਨੇ ਕਮਾ ਕਰਕੇ
ਉਪਦੇਸ਼ ਨੂੰ ਮੰਨ ਕੇ ਉਹਨਾਂ ਨੇ ਜਿਹੜੀ ਹਉਮੈ ਸੀ ਉਹ ਸਾਧ ਸੰਗਤ ਜੀ ਜਲਾ ਲੈਣਾ ਕੀਤੀ। ਇਸੇ ਤਰ੍ਹਾਂ ਥੰਮ ਸੰਸਾਰ ਦਾ ਸੰਤ ਹੁੰਦੇ, ਪਾਪਾਂ ਭਰੀ ਧਰਤੀ ਨੂੰ ਠਾਰ ਦਿੰਦੇ। ਜਿਵੇਂ ਥੰਮੜਾ ਹੁੰਦਾ, ਆਸਰਾ ਹੁੰਦਾ ਨਾ, ਇਸ ਤਰ੍ਹਾਂ ਜਿਹੜੇ ਬੰਦਗੀ ਕਮਾਈ ਕਰਨ ਵਾਲੇ ਇਹ ਸੰਸਾਰ ਦੇ ਉੱਤੇ ਸਾਧ ਸੰਗਤ ਜੀ ਆਸਰਾ ਹੁੰਦੇ। ਪਾਪਾਂ ਨਾਲ ਭਰੀ ਹੋਈ ਜਿਹੜੀ ਧਰਤੀ ਇਹਦੇ ਵਿੱਚ ਜੀਵ ਨੇ, ਭਾਰੀ ਭੂਈਆਂ ਕਿਰਤ ਘਣ ਮੰਦੀ ਹੋ ਮੰਦੇ, ਨਾ ਤਿਸ ਭਾਰੇ ਪਰਬਤਾਂ ਸਮਾਨ ਖਾਂਦੇ, ਨਾ ਤਿਸ ਭਾਰੇ ਜੀਵ ਜੰਤ ਅਣਗਿਣਤ ਫਿਰੰਦੇ। ਧਰਤੀ ਨੂੰ ਪੁੱਛਿਆ ਕਾਹਦਾ ਭਾਰ ਹੈ? ਕਹਿੰਦੇ ਬੜਾ ਭਾਰ ਤੈਨੂੰ ਧਰਤੀ ਇਹ ਲੱਗ ਰਿਹਾ। ਪਰਬਤਾਂ ਦਾ? ਕਹਿੰਦੇ ਨਾ ਤਿਸ ਭਾਰੇ ਪਰਬਤਾਂ ਸਮਾਨ ਖਾਂਦੇ। ਅਸਮਾਨ ਤੱਕ ਸਾਧ ਸੰਗਤ ਜੀ ਉੱਚੇ ਉੱਚੇ ਪਹਾੜ ਕਿੱਡੇ ਕਿੱਡੇ, ਕਹਿੰਦੇ ਇਹਨਾਂ ਦਾ ਵੀ ਨਹੀਂ ਭਾਰ। ਕਹਿੰਦੇ ਜੀਆਂ ਜੰਤਾਂ ਦਾ ਇੰਨੀ ਵੀ 84 ਲੱਖ ਜੂਨ ਹੈ ਇਹਦਾ ਹੋਊ? ਕਹਿੰਦੇ ਨਹੀਂ ਜੀ, ਬੇਨੇਕਾਂ ਹੀ ਤੁਰੇ ਫਿਰਦੇ ਨੇ, ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਨੇ। ਕਹਿੰਦੇ ਕਾਹਦਾ ਭਾਰ? ਭਾਰੀ ਭੂਹੀ ਕਿਰਤ ਘਣ ਮੰਦੀ ਹੋ ਮੰਦੇ। ਕਹਿੰਦੇ ਭਾਰੇ ਧਰਤੀ ਕਹਿੰਦੀ ਮੈਨੂੰ ਭਾਰ ਹੈ ਕਿਰਤ ਘਣਾ ਦਾ। ਇਹ ਪਰਮੇਸ਼ਰ ਜਿਨ੍ਹਾਂ ਨੇ ਤੈਨੂੰ ਭੁਲਾਇਆ ਹੋਇਆ, ਤੈਨੂੰ ਨਹੀਂ ਯਾਦ ਕਰਦੇ, ਉਹ ਕਹਿੰਦੇ ਮੰਦੀ ਹੋ ਮੰਦੇ, ਮੰਦਿਆਂ ਨਾਲ ਵੀ ਮੰਦੇ ਹਨ। ਗੰਦਿਆਂ ਤੋਂ ਗੰਦੇ ਜਾਨਵਰ ਸਾਂਝੀ ਚੰਗੇ ਵੀ ਨੇ, ਗਾਵਾਂ ਆਦਿਕ ਦੁੱਧ ਦਿੰਦੀਆਂ ਨੇ ਕਈ ਜਾਨਵਰ, ਤੇ ਇੱਥੇ ਤੱਕ ਵੀ ਗੰਦਗੀ ਵਾਲੇ ਜਾਨਵਰ ਨੇ, ਕਈ ਵਿਸ਼ਟਾ ਦੇ ਕੀੜੇ ਨੇ, ਤੇ ਇਸੇ ਤਰ੍ਹਾਂ ਗੰਦਗੀ ਨੂੰ ਖਾਣ ਵਾਲਾ ਸੂਰ ਉਹਨੂੰ ਵੀ ਮੰਦਾ ਮੰਨਿਆ ਜਾਂਦਾ। ਕਹਿੰਦੇ ਮੰਦੀ ਹੋ ਮੰਦੇ, ਉਹ ਤਾਂ ਮੰਦੇ ਸੂਰ ਨਾਲੋਂ ਵੀ ਮੰਦੇ ਨੇ। ਕਹਿੰਦੇ ਸੂਰ ਤਾਂ ਫੇਰ ਸਾਰੇ ਨਗਰ ਦੀ ਗੰਦਗੀ ਸਾਫ਼ ਕਰ ਦੋ, ਨਿੰਦਾ ਕਰਕੇ ਗੰਦਗੀ ਨੂੰ ਫੈਲਾਉਂਦੇ ਨੇ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਤਾਂ ਹਉਮੈ ਸ਼ਬਦ ਜਲਾਏ। ਸ਼ਬਦ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾ ਕਰਕੇ ਹਉਮੈ ਨੂੰ ਉਹਨਾਂ ਨੇ ਸਾਧ ਸੰਗਤ ਜੀ ਜਲਾ ਲੈਣਾ ਕੀਤਾ ਹੈ। ਮਹੱਲਾ ਤੀਜਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਆਪੇ ਸੇਵਾ ਲਾਇਨ। ਆਪ ਹੀ ਮਹਾਰਾਜ ਜੀ ਤੁਸੀਂ ਸੇਵਾ ਲਾਉਂਦੇ ਹੋ। ਸਾਰੇ ਸੰਤਾਂ ਮਹਾਂਪੁਰਖਾਂ ਦੀਆਂ ਸੇਵਾ ਲਾਉਣ ਵਾਲੇ, ਆਪਣੀ ਸੇਵਾ ਵਿੱਚ ਵੀ ਮਹਾਰਾਜ ਜੀ ਤੁਸੀਂ ਆਪ ਹੀ ਲਾਉਣ ਵਾਲੇ। ਤੀਜੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ, ਹੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ, ਤੁਸੀਂ ਆਪ ਹੀ ਸੇਵਾ ਵਿੱਚ ਲਾਉਣਾ ਕੀਤਾ ਹੈ। ਕਿੰਨੇ ਕਿੰਨੇ ਘੰਟੇ ਆਪ ਜੀ ਸੇਵਾ ਕਰਿਆ ਕਰਦੇ ਸੀ। ਸਾਰਾ ਦਿਨ ਪਾਣੀ ਦੀ ਗਾਗਰ ਤਾਂ ਇਸ਼ਨਾਨ ਵਾਸਤੇ ਲਿਆਏ ਕਰਦੇ ਸੀ ਤੀਜੇ ਪਾਤਸ਼ਾਹ, ਫਿਰ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਿਆ ਕਰਦੇ ਸੀ ਤੀਜੇ ਪਾਤਸ਼ਾਹ ਮਹਾਰਾਜ। 84 ਪਾਠ ਜਪਜੀ ਸਾਹਿਬ ਦੇ ਆਪ ਜੀ ਕਰਿਆ ਕਰਦੇ ਸੀ। ਪਿੱਛਲ ਪੈਰੀ ਜਾਇਆ ਕਰਦੇ ਸੀ। ਇੰਨੀ ਬੰਦਗੀ ਕਮਾਈ ਆਪ ਜੀ ਨੇ ਕੀਤੀ। ਇਸੇ ਕਰਕੇ ਕਹਿ ਰਹੇ ਵੀ ਮਹਾਰਾਜ ਜੀ ਤੁਸੀਂ ਹੰਕਾਰ ਨਹੀਂ ਵੀ ਮੈਂ ਸੇਵਾ ਕਰ ਰਿਹਾ, ਆਪੇ ਸੇਵਾ ਲਾਏ। ਆਪ ਹੀ ਤੁਸੀਂ ਸੇਵਾ ਵਿੱਚ ਲਾਉਂਦੇ ਹੋ। ਆਪੇ ਬਖਸ਼ ਕਰੇ। ਆਪ ਹੀ ਬਖਸ਼ਿਸ਼ਾਂ ਨੂੰ ਕਰਨ ਵਾਲੇ ਹੋ। ਆਪ ਹੀ ਇਹ ਗੁਰਤਾਗਦੀ ਦੀ ਬਖਸ਼ਿਸ਼ ਕਰਨ ਵਾਲੇ ਹੋ। ਆਪ ਹੀ ਮਹਾਰਾਜ ਜੀ ਉੱਚੀਆਂ ਅਵਸਥਾ ਨੂੰ ਬਖਸ਼ਣ ਵਾਲੇ ਹੋ। ਸਭਨਾ ਕਾ ਮਾਂ ਪਿਓ ਆਪ ਹੈ। ਸਾਰਿਆਂ ਦੇ ਮਾਂ ਪਿਓ ਮਹਾਰਾਜ ਜੀ ਤੁਸੀਂ ਆਪ ਹੀ ਹੋ। ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਜੇ ਆਪਾਂ ਅਸਲ ਰੂਪ ਵਿੱਚ ਮਹਾਂਬਾਰਿਕ, ਜੇ ਆਪਣੇ ਆਪ ਨੂੰ ਸਾਧ ਸੰਜੀ ਆਪਾਂ ਬੱਚੇ ਸਾਂਝੀਏ ਮਹਾਰਾਜ ਜੀ, ਅਸੀਂ ਤਾਂ ਆਪ ਜੀ ਦੇ ਬਾਲਕ ਹਾਂ। ਮਾਤਾ ਪਿਤਾ ਜਿਵੇਂ ਸਾਧ ਸੰਜੀ ਬੱਚਾ ਰੋਂਦਾ ਹੋਵੇ ਝੱਟ ਚੱਕਣ ਜਾਂਦੇ, ਉਵੇਂ ਹੀ ਮਹਾਰਾਜ ਜੀ ਉਸੇ ਵੇਲੇ ਹਾਜ਼ਰ ਹੋਣਗੇ। ਵਿਸ਼ਨੂੰ ਭਗਵਾਨ ਨੂੰ ਪੁੱਛਿਆ, ਕਹਿੰਦੇ ਭਗਵਾਨ ਜੀ ਤੁਹਾਡੇ ਇੰਨੇ ਅੱਗੇ ਕਹਿੰਦੇ ਪਹਿਰੇਦਾਰ ਨੇ, ਹੋਰ ਦੇਵੀ ਦੇਵਤੇ ਨੇ, ਕਹਿੰਦੇ ਜਦੋਂ ਕੋਈ ਭਗਤ ਬਿਪਤਾ 'ਚ ਹੁੰਦਾ ਤੁਸੀਂ ਨੰਗੇ ਪੈਰੀ ਦੌੜ ਜਾਂਦੇ ਹੋ, ਕੀ ਲੋੜ ਹੈ? ਕਹਿੰਦੇ ਇੰਦਰ ਨੂੰ ਭੇਜ ਦਿਆ ਕਰੋ, ਹੋਰ ਇੰਨੇ ਦੇਵੀ ਦੇਵਤੇ ਨੇ। ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ, ਕਹਿੰਦੇ ਜਿਸ ਵੇਲੇ ਕੋਈ ਭਗਤ ਸਾਡਾ ਬਿਪਤਾ ਵਿੱਚ ਹੁੰਦਾ ਨਾ, ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ। ਕਹਿੰਦੇ ਨੰਗੇ ਪੈਰੀ ਹੀ ਉਸ ਵੇਲੇ ਦੌੜ ਪੈਂਦੇ ਆ। ਜਿਵੇਂ ਮਾਂ ਹੈ ਸਾਧ ਸੰਜੀ, ਅਨੇਕਾਂ ਤਰ੍ਹਾਂ ਦੀਆਂ ਗੋਲੇ ਰੱਖੇ ਹੋਣ ਨਾ ਕਿ ਕੰਮ ਕਰਨ ਵਾਸਤੇ ਵੀ, ਜਦੋਂ ਨਿਆਣਾ ਰੋਂਦਾ ਮਾਂ ਦਾ ਹਿਰਦਾ ਉਸੇ ਵੇਲੇ ਤੜਫਦਾ ਤੇ ਉਸੇ ਵੇਲੇ ਦੌੜ ਕੇ ਜਾਂਦੀ ਆਪਣੇ ਬੱਚੇ ਨੂੰ ਚੱਕਣ ਵਾਸਤੇ। ਕਦੇ ਨਹੀਂ ਕਹੇਗੀ ਵੀ ਤੂੰ ਚੱਕ, ਤੂੰ ਚੁੱਪ ਕਰਾ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਜੀ, ਇਹ ਤਾਂ ਅਵਤਾਰਾਂ ਦੀ ਗੱਲ ਹੈ। ਵਿਸ਼ਨੂੰ ਭਗਵਾਨ ਆਪ ਆਪਣੇ ਭਗਤਾਂ ਨੂੰ, ਪਰਮੇਸ਼ਰ ਵਾਹਿਗੁਰੂ ਜੀ ਨੂੰ ਆਰਾਧਾਂਗੇ, ਕਿਉਂ ਨਹੀਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਹੋਣਗੇ। ਚਮਕੌਰ ਦੀ ਗੜੀ ਵਿੱਚ ਸਿੰਘ ਕਹਿੰਦੇ ਮਹਾਰਾਜ ਗੜੀ ਛੱਡ ਦਿਓ, ਮਹਾਰਾਜ ਜੰਗ ਨੂੰ ਤਿਆਰ ਹੈ। ਮੈਨੂੰ ਕਮਰ ਕੱਸੇ ਕੀਤੇ, ਕਹਿੰਦੇ ਅੱਜ ਵੈਰੀ ਨਾਲ ਹੱਥ ਅਸੀਂ ਦੋ ਕਰਾਂਗੇ। ਕਹਿੰਦੇ ਨਹੀਂ ਮਹਾਰਾਜ ਤੁਸੀਂ ਗੜੀ ਤਿਆਗ ਦਿਓ। ਹੱਥ ਜੋੜ ਕੇ ਕਹਿੰਦੇ ਸਾਨੂੰ 5 ਸਿੰਘਾਂ ਨੂੰ ਤੁਸੀਂ ਗੁਰਤਾ ਕਰਦੀ, 5 ਸਿੰਘਾਂ 'ਚ ਮਹਾਰਾਜ ਜੀ ਤੁਸੀਂ ਕਿਹਾ ਤੁਸੀਂ ਬਸ ਦਿਓ, 5 ਸਿੰਘਾਂ ਦਾ ਹੁਕਮ ਹੈ ਤਿਆਗ ਦਿਓ। ਤੇ ਉਸ ਵੇਲੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਕਰੁਣਾ ਰਸ ਵਿੱਚ ਆਏ। ਕਹਿੰਦੇ ਖਾਲਸਾ ਜੀ ਸਾਡੀ ਇੱਕ ਇੱਕ ਇਸ਼ਾਰੇ ਤੇ ਤੁਸੀਂ ਜਾਨਾਂ ਵਾਰੀਆਂ, ਅਸੀਂ ਉਂਗਲੀ ਕੀਤੀ ਤੁਸੀਂ ਦਰਵਾਜ਼ੇ ਖੋਲ ਕੇ ਅੱਗੇ ਲੜ ਕੇ ਵੈਰੀ ਨਾਲ ਟੱਕਰ ਕੀਤੇ। ਕਿੰਨਾ ਚਿਰ ਭੁੱਖੇ ਰਹੇ। ਕਹਿੰਦੇ ਅਸੀਂ ਅੱਜ ਕੁਝ ਦੇਣਾ ਚਾਹੁੰਦੇ ਹਾਂ। ਆਪਣੀ ਪੁਸ਼ਾਕ ਸੁਨਹਿਰੀ ਮਹਾਰਾਜ ਜੀ ਨੇ ਕਮਰ ਕੱਸੇ ਦੀ ਸ੍ਰੀ ਸਾਹਿਬ ਲਾ ਕੇ ਖਾਲਸੇ ਨੂੰ ਪਹਿਨਾ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ। ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਵਸਤਰ ਸ਼ਸਤਰ ਜੋ ਸੀ ਲਾ ਕੇ ਕਹਿੰਦੇ ਗੁਰਤਾ ਗੱਦੀ ਸੀ ਉਹ ਵੀ ਅੱਜ ਖਾਲਸੇ ਨੂੰ ਦੇ ਦਿੱਤੀ। ਇੰਨਾ ਕੁਝ ਜਦ ਮਹਾਰਾਜ ਜੀ ਨੇ ਪਹਿਲਾਂ ਹੀ ਸਾਧ ਸੰਗਤ ਜੀ ਖਾਲਸੇ ਨੂੰ ਬਖਸ਼ ਦਿੱਤਾ। ਆਪਾਂ ਜੇ ਪ੍ਰੇਮ ਨਾਲ ਧਿਆਨਗੇ
ਮਹਾਰਾਜ ਜੀ ਤਾਂ ਦੌੜੇ ਆਉਣਗੇ ਹਾਜ਼ਰ, ਆਪਣੇ ਪ੍ਰੇਮ ਵਿੱਚ ਹੀ ਘਾਟ ਹੈ। ਸੋ ਇਸ ਕਰਕੇ ਮਹਾਰਾਜ ਜੀ ਤੁਸੀਂ ਆਪ ਹੀ ਬਖਸ਼ਿਸ਼ਾਂ ਕਰਨ ਵਾਲੇ ਹੋ, ਆਪ ਹੀ ਸੇਵਾ ਵਿੱਚ ਲਾਉਣ ਵਾਲੇ ਹੋ। ਆਪੇ ਸਾਰ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਸਾਰਿਆਂ ਦੇ ਮਹਾਰਾਜ ਜੀ ਤੁਸੀਂ ਮਾਤਾ ਪਿਤਾ ਹੋ, ਖਾਲਸਾ ਹੋ। ਗ੍ਰਿਸ਼ਤੀ ਹੋਵੇ ਨਾ ਸਾਧ ਸੰਗਤ ਜੀ, ਗ੍ਰਿਸ਼ਤੀ ਦੂਸਰੇ ਗ੍ਰਿਸ਼ਤੀ ਦੇ ਘਰੇ ਚਲ ਜਾਵੇ, ਉਹ ਗ੍ਰਿਸ਼ਤੀ ਨੂੰ ਨਾ ਬੁਲਾਵੇ, ਜੇ ਉਹਦੇ ਨਿਆਣੇ ਨੂੰ ਨਾ ਬੁਲਾਵੇ ਨਾ, ਗ੍ਰਿਸ਼ਤੀ ਗੁੱਸੇ ਹੋ ਜਾਂਦਾ। ਉਹ ਕਹਿੰਦਾ ਮੇਰੇ ਨਿਆਣੇ ਨੂੰ ਪੁੱਛਿਆ ਹੀ ਨਹੀਂ, ਬੁਲਾਇਆ ਹੀ ਨਹੀਂ। ਉਹਨੂੰ ਨਾ ਵੀ ਬੁਲਾਵੇ, ਤੁਰਿਆ ਜਾਂਦਾ ਬੰਦਾ ਨਾ, ਤੁਹਾਡੇ ਨਿਆਣੇ ਨੂੰ ਬੁਲਾ ਲੇ, ਤੁਸੀਂ ਖੁਸ਼ ਹੋ ਜਾਂਦੇ ਵੀ ਮੇਰੇ ਨਿਆਣੇ ਨੂੰ ਬੁਲਾ ਲਿਆ। ਆ ਖਾਲਸਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬੱਚੇ ਆ। ਜੇ ਆਪਾਂ ਸਾਧ ਸੰਗਤ ਜੀ ਸਿੰਘਾਂ ਦੀ ਸੇਵਾ ਨਹੀਂ ਕਰਾਂਗੇ, ਮਤਾ ਜਾਣੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਖੁਸ਼ ਹੋ ਜਾਣਗੇ। ਆਪਣੀ ਵਡਿਆਈ ਨਹੀਂ, ਹਮੇਸ਼ਾ ਸਿੰਘਾਂ ਵਿੱਚ ਗੁਰੂ ਮਹਾਰਾਜ ਜੀ ਨੂੰ ਦੇਖੋ, ਸਿੰਘਾਂ ਦੀ ਸੇਵਾ, ਦੂਸਰੇ ਦਾ ਸਤਿਕਾਰ ਕਰੋ। ਸੋ ਇਸ ਕਰਕੇ ਆਪੇ ਸਾਰ ਕਰੇ, ਮਹਾਰਾਜ ਜੀ ਆਪ ਹੀ ਸਾਰ ਕਰਨਗੇ। ਸੋ ਆਪ ਹੀ ਮਹਾਰਾਜ ਜੀ ਪ੍ਰਤਪਾਲਣਾ ਕਰਨ ਵਾਲੇ। ਨਾਨਕ ਨਾਮ ਧਿਆਇਨ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਮਹਾਂਪੁਰਖਾਂ ਦੀ ਇਹ ਵੀ ਸਿਫਤ ਸੀ ਸਾਧ ਸੰਗਤ ਜੀ, ਅਸੀਂ ਅੱਖਾਂ ਪ੍ਰਤੱਖ ਅੱਖਾਂ ਨਾਲ ਦੇਖੀ ਹੈ। ਸੰਤ ਗਿਆਨੀ ਮੋਹਨ ਸਿੰਘ ਜੀ ਨਹੀਂ ਤਾਂ ਆਮ ਬੰਦਾ ਹੈ, ਕਿਤੇ ਦੀ ਮਹੰਤੀ ਹੋਵੇ, ਉਹ ਕਹਿੰਦਾ ਥੱਲੇ ਬੈਠੋ, ਮੈਂ ਸੰਤਾਂ ਮੈਂ ਮੰਜੇ ਤੇ ਬੈਠਾਂਗਾ। ਕਿਸੇ ਸਿੰਘ ਨੂੰ ਅੱਜ ਤੱਕ ਕੋਈ ਸੰਗਤ ਚਲੇ ਜਾਵੇ, ਕੋਈ ਸਿੰਘ ਹੋਵੇ, ਕਦੇ ਥੱਲੇ ਨਹੀਂ ਬਹਿਣ ਦਿੰਦੇ ਸੀ, ਮੰਜਾ ਡਾਉਂਦੇ ਸੀ, ਕਹਿੰਦੇ ਮੰਜਾ ਨਾਲ ਡਾਓ ਭਾਈ ਸਾਡੇ ਬਰਾਬਰ, ਕਦੇ ਨਹੀਂ ਥੱਲੇ ਕਿਹਾ ਬਹਿਣ ਨੂੰ ਕਿਸੇ ਸਿੰਘ। ਕਹਿੰਦੇ ਤੂੰ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅੰਮ੍ਰਿਤ ਛਕਿਆ, ਤੂੰ ਵੀ ਸਿੰਘ, ਅਸੀਂ ਵੀ ਸਿੰਘ ਐ, ਨਾਲ ਬਿਠਾਉਣਾ। ਇੱਕ ਵਾਰ ਕਾਫੀ ਸਿੰਘ ਅਸੀਂ ਗਏ ਹੋਏ ਸੀ, ਗਿਆਨੀ ਹਰਭਜਨ ਸਿੰਘ ਜੀ ਨਾਲ ਗਏ ਸੀ, ਅਖੰਡ ਪਾਠ ਸਾਹਿਬ ਵਾਸਤੇ ਸੱਦਿਆ ਸੀ। ਜਦੋਂ ਅਸੀਂ ਜਾਣ ਲੱਗੇ, ਮਹਾਂਪੁਰਖਾਂ ਦੀ ਸਿਹਤ ਕਾਫੀ ਢਿੱਲੀ ਸੀ, ਹੱਥ ਜੋੜ ਕਹਿਣ ਲੱਗੇ, ਕਹਿੰਦੇ ਸਿੰਘੋ ਵੀ ਮੇਰੀ ਸਿਹਤ ਢਿੱਲੀ ਹੈ, ਮੈਨੂੰ ਹੁਣ ਤੁਸੀਂ ਖਿਮਾ ਕਰ ਦਿਓ, ਮੈਨੂੰ ਉੱਠ ਕੇ ਤੁਹਾਡਾ ਹੁਣ ਸਤਿਕਾਰ ਨਹੀਂ ਹੋ ਸਕਣਾ। ਐਨੀ ਨਿਮਰਤਾ ਸੀ। ਸੋ ਇਸ ਕਰਕੇ ਆਪ ਹੀ ਮਹਾਰਾਜ ਜੀ ਸਾਰ ਕਰਨ ਵਾਲੇ ਹੋ, ਆਪ ਹੀ ਪਾਲਣਾ ਕਰਨ ਵਾਲੇ ਹੋ। ਸੋ ਨਾਨਕ ਗੁਰਮੁਖ ਧਿਆਇਨ, ਮਹਾਰਾਜ ਜੀ ਬਖਸ਼ਿਸ਼ ਕਰਦੇ ਜਿਨ੍ਹਾਂ ਗੁਰਮੁਖਾਂ ਨੇ ਉਹ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ। ਮਹਾਰਾਜ ਜੀ ਬਖਸ਼ਿਸ਼ ਕਰਦੇ ਜਿਨ੍ਹਾਂ ਨੇ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਉਹਨਾਂ ਨੇ ਆਪਣੇ ਨਿੱਜੀ ਘਰ ਵਿੱਚ ਸਾਧ ਸੰਗਤ ਜੀ ਵਾਸਾ ਕੀਤਾ। ਨਿੱਜੀ ਆਪਣੇ ਸਰੂਪ ਰੂਪੀ ਘਰ ਵਿੱਚ, ਸੱਚਖੰਡ ਵਿੱਚ ਉਹਨਾਂ ਨੇ ਸਾਧ ਸੰਗਤ ਜੀ ਵਾਸਾ ਕੀਤਾ। ਮਹਾਰਾਜ ਜੀ ਦੇ ਕੋਲ ਜਾ ਕਰਕੇ ਉਹਨਾਂ ਨੇ ਸਾਧ ਸੰਗਤ ਜੀ ਵਸਣਾ ਕੀਤਾ। ਜਦੋਂ ਛੇਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜੰਗ ਕਰ ਰਹੇ ਸੀ, ਪਹਿਲੀ ਜੰਗ ਦੀ ਵਾਰਤਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ। 2 ਸਿੰਘ ਸ਼ਹੀਦ ਹੋਏ, ਨਾਮ ਹੁਣ ਮੈਨੂੰ ਸਾਧ ਸੰਗਤ ਜੀ ਵਿਸਰ ਗਏ ਨੇ ਸਿੰਘਾਂ ਦੇ। ਕਲਗੀਧਰ ਫੱਟੜ ਹੋਏ, ਉਹਨਾਂ ਦੀ ਇੱਛਾ ਸੀ ਪ੍ਰਾਣ ਉਨਾ ਚਿਰ ਨਾ ਤਿਆਗੀਏ ਜਿੰਨਾ ਚਿਰ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦਰਸ਼ਨ ਨਾ ਹੋ ਜਾਣ। ਮਹਾਰਾਜ ਜੀ ਆਏ, ਖੂਨ ਪੂੰਝਿਆ, ਕਹਿੰਦੇ ਸਿੰਘੋ ਸਾਡੇ ਇਸ਼ਾਰੇ ਤੇ, ਸਿੱਖਾਂ ਨੂੰ ਕਿਹਾ ਵੀ ਸਾਡੇ ਇਸ਼ਾਰੇ ਤੇ ਜਾਨਾਂ ਵਾਰੀਆਂ ਜੰਗ ਕੀਤੇ, ਕੀ ਇੱਛਾ? ਕਹਿੰਦੇ ਮਹਾਰਾਜ ਜੀ ਇੱਥੇ ਕੋਲ ਰੱਖਿਆ, ਅੱਗੇ ਵੀ ਕੋਲ ਹੀ ਰੱਖਿਓ, ਜਦੋਂ ਆਵੋ ਸਾਨੂੰ ਨਾਲ ਲੈ ਕੇ ਆਇਓ। ਉਹਨਾਂ ਨੂੰ ਨਿਜ ਘਰ, ਆਪਣੇ ਘਰ ਦੇ ਵਿੱਚ ਮਹਾਰਾਜ ਜੀ ਵਾਸਾ ਦਿੱਤਾ ਹੈ, ਉਹਨਾਂ ਨੇ ਤੁਹਾਡੇ ਕੋਲ ਵਸਣਾ ਕੀਤਾ ਹੈ। ਜੁਗ ਜੁਗ ਸੋਭਾ ਹੋਏ। ਜੁਗਾਂ ਜੁਗਾਂ ਵਿੱਚ ਸਾਧ ਸੰਗਤ ਜੀ ਉਹਨਾਂ ਦੀ ਸੋਭਾ ਹੁੰਦੀ। ਲੋਕ ਪਰਲੋਕ ਵਿੱਚ ਪੂਜਾ, ਲੋਕ ਪਰਲੋਕ ਦੇਵੀ ਦੇਵ ਕਰਦੇ, ਜਿਨ੍ਹਾਂ ਘਾਲ ਤਕੜੀ ਘਰ ਲਈ ਹੈ, ਜਿਹੜੀਆਂ ਤਕੜੀਆਂ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਤਕੜੀਆਂ ਘਾਲਣੀਆਂ ਕੀਤੀਆਂ, ਸਾਧ ਸੰਗਤ ਜੀ ਦੇਵੀ ਦੇਵਤੇ ਵੀ ਹੱਥ ਜੋੜ ਕੇ ਅੱਗੇ ਖਲੋਂਦੇ ਹਨ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਚੌਥੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਮਹਾਰਾਜ ਜੀ ਤੁਸੀਂ ਤਾਂ ਸਾਰੇ ਕਾਰਨਾਂ ਨੂੰ ਜਿੰਨੇ ਕਾਰਨ ਮੰਨੇ ਹਨ, ਕੋਈ ਸਾਧ ਸੰਗਤ ਜੀ ਬ੍ਰਹਮਾ ਨੂੰ ਕਾਰਨ ਮੰਨਦਾ, ਪਰਮਾਣੂਆਂ ਨੂੰ, ਸਾਇੰਸਦਾਨ ਨੇ ਇਹ ਸਾਧ ਸੰਗਤ ਜੀ ਐਟਮਸ ਨੂੰ ਮੰਨਦੇ ਨੇ ਵੀ ਇੱਕ ਤੋਂ ਦੁਣਕਾ ਹੋਇਆ, ਉਹਨਾਂ ਨੂੰ ਪੰਜਾਬੀ ਵਿੱਚ ਪਰਮਾਣੂ ਕਹਿੰਦੇ ਨੇ। ਐਟਮ ਹੁੰਦੇ ਨੇ ਨਿਊਟਨ, ਪ੍ਰੋਟੋਨ, ਸਾਇੰਸ ਦੇ ਵਿੱਚ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ। ਕਹਿੰਦੇ ਜਿੰਨੇ ਵੀ ਕਾਰਨ ਹਨ ਉਹਨਾਂ ਨੂੰ ਮਹਾਰਾਜ ਜੀ ਕਰਨ ਵਾਲੇ ਤੁਸੀਂ ਹੀ ਹੋ, ਤੁਸੀਂ ਬਣਾਏ ਹਨ। ਮਾਇਆ ਨੂੰ ਮੰਨ ਲਓ ਵਿਸ਼ਨੂੰ ਨੇ ਬਣਾਈ ਹੈ, ਕਿਸੇ ਨੇ ਸ਼ਕਤੀ ਬਣਾਈ ਹੈ, ਉਹਨੂੰ ਕਿਹਨੇ ਬਣਾਇਆ ਹੈ? ਉਹਦੇ ਮਗਰ ਕਿਹੜੀ ਸੱਤਾ ਕੰਮ ਕਰ ਰਹੀ ਹੈ? ਬ੍ਰਹਮਾ ਨੇ ਬਣਾਈ, ਬ੍ਰਹਮਾ ਨੂੰ ਕਿਹਨੇ ਬਣਾਇਆ? ਉਹਨੂੰ ਕੌਣ ਚਲਾ ਰਿਹਾ? 5 ਤੱਤਾਂ ਤੋਂ ਸ੍ਰਿਸ਼ਟੀ, 5 ਤੱਤਾਂ ਨੂੰ ਕਿਹਨੇ ਬਣਾਇਆ? 5 ਤੱਤਾਂ ਨੂੰ ਜੜ ਤੋਂ ਚੇਤਨ ਕਿਹਨੇ ਕੀਤਾ? ਹਰਕਤ ਕੌਣ ਪਾ ਰਿਹਾ ਹੈ? ਆਪਾਂ ਚੱਲ ਫਿਰ ਰਹੇ ਵੀ ਮੈਂ ਆਹ ਕੰਮ ਕਰਦਾ, ਤੈਨੂੰ ਕੌਣ ਚਲਾ ਰਿਹਾ ਹੈ? ਸੋ ਇਸ ਕਰਕੇ ਜਿੰਨੇ ਕਾਰਨ ਨੇ, ਕੋਈ ਕਾਰਨ ਮੰਨ ਲਵੇ ਸਾਇੰਸਦਾਨ ਵੀ ਆਹ ਵੱਡਾ ਧਮਾਕਾ ਹੋਇਆ ਸੀ, ਧਮਾਕਾ ਕਿਹਨੇ ਕੀਤਾ? ਬਿਗ ਬੈਨ ਵਾਲੇ ਮੰਨਦੇ ਧਮਾਕਾ ਕੌਣ ਕਰ ਗਿਆ ਆ ਕੇ, ਬਈ ਫਿਰ ਆਹ ਪੈਦਾ ਹੋ ਗਿਆ, ਉਹਨੂੰ ਕੌਣ ਪੈਦਾ ਕਰ ਗਿਆ? ਜੇ ਪਹਿਲਾਂ ਡਾਇਨਾਸੌਰ ਮੰਨਦੇ ਉਹਨਾਂ ਨੂੰ ਕੌਣ ਬਣਾ ਗਿਆ? ਉਹਨਾਂ ਨੂੰ ਕੌਣ ਚਲਾ ਰਿਹਾ ਸੀ? ਸਰੀਰ ਦੀ ਇੰਨੀ ਬਰਕਤ ਹੈ ਵੀ ਸਰੀਰ ਵਿੱਚ ਇੰਨੀਆਂ ਨਾੜੀਆਂ ਨੇ, ਡਾਕਟਰ ਖੋਲ ਸਹੀ ਕਰਦੇ, ਨਾੜੀਆਂ ਨੂੰ ਕੌਣ ਚਲਾ ਰਿਹਾ? ਨਾੜੀਆਂ ਨੂੰ ਬਣਾਉਣ ਵਾਲਾ ਕੌਣ ਹੈ? ਨਿੱਕਾ ਜਿਹਾ ਕਲੌਕ ਬਣਾਉਣਾ ਹੋਵੇ ਕਈ ਸਾਲ ਲੱਗਦੇ ਆ, ਬਲਬ ਨੂੰ ਬਣਾਉਣ ਨੂੰ ਕਿੰਨੇ ਸਾਇੰਸਦਾਨ ਨੂੰ ਲੱਗੇ, ਕਿੰਨਾ ਸਾਲ ਲੱਗਾ। ਉਹ ਆ ਸਰੀਰ ਹੈ ਜਿਹਦੀ ਹਰਕਤ ਇੰਨੀ ਤਕੜੀ ਹੈ, ਇੰਨੀਆਂ ਬਿਮਾਰੀਆਂ ਨੂੰ ਲੱਗ ਜਾਂਦੀਆਂ। ਕਰੋਨਾ ਦਾ ਤਾਂ ਇਲਾਜ ਲੱਭਦੇ ਨੂੰ ਕਿੰਨੇ ਸਾਲ ਲੱਗ ਗਏ, ਇਹਨਾਂ ਨੂੰ ਕਿੰਨੇ ਮਹੀਨੇ ਲੱਗ ਗਏ।
ਸੋ ਇਸ ਕਰਕੇ ਜਿਨ੍ਹਾਂ ਨੂੰ ਬਣਾਉਣ ਵਾਲਾ ਉਹ ਪਰਮੇਸ਼ਰ ਹੈ, ਸਾਰਿਆਂ ਦੇ ਮਗਰ ਉਹੀ ਹੈ। ਸੋ ਇਸ ਕਰਕੇ ਸਾਰੇ ਕਰਨਾਂ ਨੂੰ ਤੁਸੀਂ ਆਪ ਹੀ ਕਰਨ ਵਾਲੇ ਹੋ। ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਜੀ, ਸਾਨੂੰ ਤਾਂ ਆਪ ਜੀ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ, ਤੁਸੀਂ ਤਾਂ ਸਾਡੇ ਹੋ, ਅਸੀਂ ਆਪ ਜੀ ਦਾ ਹੀ ਆਸਰਾ ਤੱਕਿਆ ਹੈ। ਆਪ ਜੀ ਨੂੰ ਹੀ ਜਾਣਦੇ, ਤੁਸੀਂ ਹੀ ਸਭ ਕੁਝ ਕਰਨ ਵਾਲੇ ਹੋ। ਤੁਧ ਆਪੇ ਸਿਸ਼ਟ ਸਿਰਜੀਆ। ਮਹਾਰਾਜ ਜੀ, ਤੁਸੀਂ ਆਪ ਹੀ ਇਹ ਸਾਰੀ ਸ੍ਰਿਸ਼ਟੀ ਨੂੰ ਸਿਰਜਣਾ ਕੀਤਾ, ਬਣਾਉਣਾ ਕੀਤਾ। ਆਪੇ ਫੁਨ ਗੋਈ। ਆਪ ਹੀ ਆਪਣੇ ਵਿੱਚ ਮਹਾਰਾਜ ਜੀ ਤੁਸੀਂ ਇਸ ਨੂੰ ਅੰਤ ਦੇ ਵਿੱਚ ਮਿਲਾਉਣ ਵਾਲੇ ਹੋ। ਮਿਲਾਈ ਹੈ, ਜਦੋਂ ਚਾਹੋਗੇ ਮਹਾਪਰਲੋ ਕਰ ਸਕਦੇ ਹੋ। ਸਭ ਇੱਕੋ ਸ਼ਬਦ ਵਰਤਦਾ। ਸਾਰੇ ਪਾਸੇ ਇਹ ਸਤਿਗੁਰੂ ਮਹਾਰਾਜ ਜੀ ਇੱਥੇ ਸ਼ਬਦ ਅਰਥ ਹੁਕਮ ਹੈ। ਸਾਰੇ ਪਾਸੇ ਇੱਕੋ ਪਰਮੇਸ਼ਰ ਵਾਹਿਗੁਰੂ ਜੀ ਦਾ ਹੀ ਸ਼ਬਦ ਹੁਕਮ ਵਰਤ ਰਿਹਾ ਹੈ। ਉਹਦੇ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਸਾਧ ਸੰਗਤ ਜੀ ਪਤਾ ਵੀ ਨਹੀਂ ਝੂਲਦਾ। ਜਿਵੇਂ ਮਹਾਰਾਜ ਜੀ ਨੂੰ ਭਾਉਂਦਾ ਮਹਾਰਾਜ ਜੀ ਕਰਦੇ, ਜੋ ਕਰੇ ਸੋ ਹੋਈ। ਜੋ ਕਰਦੇ ਹਨ ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ, ਅੱਗੇ ਨੂੰ ਹੋਵੇਗਾ। ਵਡਿਆਈ ਗੁਰਮੁਖ ਦੇ ਪ੍ਰਭ। ਪ੍ਰਭੂ ਸਤਿਗੁਰੂ ਮਹਾਰਾਜ ਜੀ ਪਰ ਭੂ ਪਰੇ ਹਨ। ਭੂ ਆਦਿਕ ਤੱਤਾਂ ਤੋਂ, ਪੰਜ ਤੱਤਾਂ ਤੋਂ ਪਰੇ ਹਨ। ਪਰ ਪ੍ਰੇ ਇਸੇ ਤਰ੍ਹਾਂ ਪਰਾ ਰੂਪ ਹਨ, ਭੂ ਭੂਮਾ ਰੂਪ ਹਨ। ਸਤਿਗੁਰੂ ਮਹਾਰਾਜ ਜੀ ਤੁਸੀਂ ਜਿਹੜੀ ਵਡਿਆਈ ਹੈ ਉਹ ਗੁਰਮੁਖਾਂ ਨੂੰ ਬਖਸ਼ਦੇ ਹੋ। ਜਿਵੇਂ ਬਾਬਾ ਬੁੱਢਾ ਜੀ ਨੂੰ ਵਡਿਆਈ ਬਖਸ਼ੀ ਨਾ ਮਹਾਰਾਜ ਜੀ, ਬਾਬਾ ਬੁੱਢਾ ਜੀ ਦੇ ਵਾਰਨਾ ਇਸ ਤਰ੍ਹਾਂ ਮਹਾਰਾਜ ਜੀ ਤੁਸੀਂ ਆਪਣੇ ਗੁਰਮੁਖਾਂ ਨੂੰ, ਜਿਹੜੇ ਆਪ ਜੀ ਨੂੰ ਧਿਆਉਂਦੇ ਹਨ, ਉਹਨਾਂ ਨੂੰ ਆਪਣੇ ਨਾਲ ਵੱਧ ਕੇ ਵਡਿਆਈ ਦਿੰਦੇ ਹਨ। ਪਿਓ ਹੈ ਮੇਲੇ 'ਚ ਜਾਂਦਾ, ਪੁੱਤ ਨੂੰ ਸਾਧ ਸੰਗਤ ਜੀ ਕਹਿੰਦਾ, ਨਿਆਣਾ ਕਹਿੰਦਾ ਵੀ ਪਿਤਾ ਮੈਨੂੰ ਘਨੇੜੀ ਚੱਕ ਲਾ, ਪੁੱਤ ਉੱਤੇ ਚੱਕ ਲੈਂਦਾ। ਫਿਰ ਪੁੱਤ ਕੀ ਕਹਿੰਦਾ, ਮੈਂ ਪਿਓ ਨਾਲ ਵੱਡਾ ਹੋ ਗਿਆ। ਪਿਓ ਨਾਲੋਂ ਪੁੱਤ ਕਦੇ ਵੱਡਾ ਨਹੀਂ ਹੋਇਆ ਕਰਦਾ। ਜੇ ਭਾਵੇਂ ਪੁੱਤ ਨੇ ਉੱਤੇ ਵੀ ਸਾਧ ਸੰਗਤ ਜੀ ਮੋਢਿਆਂ ਤੇ ਚੱਕ ਕੇ ਬਿਠਾ ਲਿਆ, ਫੇਰ ਵੀ ਪੁੱਤ ਥੱਲੇ। ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਜੀ ਤੁਸੀਂ ਇਹੋ ਜਿਹੇ ਸਮੁੰਦਰ ਹੋ, ਤੁਹਾਡੇ ਵਿੱਚੋਂ ਸਾਡੇ ਵਰਗੀਆਂ ਅਨੇਕਾਂ ਬੂੰਦਾਂ ਪੈਦਾ ਹੋ ਸਕਦੀਆਂ ਨੇ, ਪਰ ਅਨੇਕਾਂ ਬੂੰਦਾਂ ਅਸੀਂ ਰਲ ਕੇ ਤੁਹਾਡੇ ਵਰਗਾ ਇੱਕ ਵੀ ਮਹਾਰਾਜ ਜੀ ਤੁਹਾਡੇ ਵਰਗਾ ਕੋਈ ਪੈਦਾ ਨਹੀਂ ਕਰ ਸਕਦੇ। ਇਹ ਤਾਂ ਵਡਿਆਈ ਆ ਮਹਾਰਾਜ ਜੀ ਦੀ। ਜੇ ਗੁਰਮੁਖਾਂ ਨੂੰ ਸਾਧ ਸੰਗਤ ਜੀ ਉੱਚਾ ਅਹੁਦਾ ਆਪਣੇ ਨਾਲ ਸੰਗਤ ਨੂੰ 21 ਵਿਸਵੇ ਦੱਸਿਆ। ਜੇ ਸੰਗਤ ਇਕੱਲੀ ਹੈ ਮਹਾਰਾਜ ਜੀ ਨਹੀਂ ਤਾਂ ਫਿਰ ਤਾਂ 1 ਵਿਸਵੇ ਰਹਿ ਜਾਣਾ, 20 ਵਿਸਵੇ ਤਾਂ ਫਿਰ ਵੀ ਮਹਾਰਾਜ ਜੀ ਹੈ। ਸੋ ਵਡਿਆਈ ਬਖਸ਼ੀ ਹੈ ਮਹਾਰਾਜ ਜੀ ਨੇ ਸਾਧ ਸੰਗਤ ਜੀ। ਗੁਰਸਿੱਖਾਂ ਨੂੰ ਆਪਣੀ ਘਨੇੜੀ ਉੱਤੇ ਮਹਾਰਾਜ ਜੀ ਨੇ ਚੱਕਿਆ ਹੈ। ਹਰ ਪਾਵੈ ਸੋਈ। ਸੋ ਮਹਾਰਾਜ ਜੀ ਜਿਨ੍ਹਾਂ ਨੂੰ ਵਡਿਆਈ ਬਖਸ਼ਦੇ ਹੋ ਉਹੀ ਆਪ ਜੀ ਨੂੰ ਪਾਉਣਾ ਕਰਦੇ ਹਨ। ਹਰੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਗੁਰਮੁਖ ਨਾਨਕ ਆਰਾਧਿਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਗੁਰਮੁਖਾਂ ਨੇ ਉਹ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਰਾਧਨਾ ਕੀਤਾ ਹੈ। ਸਭ ਆਖੋ ਧੰਨ 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 ਗੁਰ ਸੋਈ। ਸਾਰੇ ਹੀ ਰਲ ਮਿਲ ਕਰਕੇ ਉਹ ਸਤਿਗੁਰੂ ਮਹਾਰਾਜ ਜੀ ਨੂੰ ਧੰਨ ਆਖੀਏ। ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿ ਰਹੇ 3 ਵਾਰ ਧੰਨ ਆਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਧੰਨ ਕਹੀਏ। ਧੰਨ ਕਹੀਏ ਜਿਨ੍ਹਾਂ ਨੇ ਕਹਿੰਦੇ ਸਾਡੇ ਉੱਤੇ ਵੀ ਬਖਸ਼ਿਸ਼ ਕਰ ਦਿੱਤੀ। ਧੰਨ ਕਹੀਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਧੰਨ ਕਹੀਏ ਜਵਾਨ ਤਾਂ ਸਾਧ ਸੰਗਤ ਜੀ, ਜਵਾਨ ਵਿੱਚ ਇੰਨੀ ਤਾਕਤ ਨਹੀਂ। ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ 20। ਇੰਨੀਆਂ ਜਵਾਨਾਂ ਵੀ ਹੋ ਜਾਣ ਫਿਰ ਵੀ ਸ਼ੁਕਰਾਨਾ ਨਹੀਂ ਕਰ ਸਕਦੇ ਆਪਾਂ ਜਿੰਨੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਰਬੰਸ ਦਾਨੀ ਦੀਆਂ ਇਹ ਬਖਸ਼ਿਸ਼ਾਂ। ਧੰਨ ਕਹੀਏ ਭਾਈ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਤੇ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਜੀ ਨੇ ਕੀਤੀਆਂ, ਉਹਨਾਂ ਨੂੰ ਧੰਨ ਆਖਣਾ ਕਰੀਏ। ਅਖੀਰ ਵਿੱਚ ਪੌੜੀ ਦੀ ਸਮਾਪਤੀ ਕਰਦੇ ਹਾਂ। ਸੁਧ ਕਹਿੰਦੇ ਹਿਰਦੇ ਨੂੰ ਭਾਈ ਸੁਧ ਨਾ ਕਰ, ਇਸ ਦੀ ਵਿਚਾਰ ਹਿਰਦੇ ਵਿੱਚ ਸ਼ੁੱਧ ਵਿਚਾਰ, ਸ਼ੁੱਧ ਪਰਮੇਸ਼ਰ ਹੈ ਜੋ, ਉਹਨੂੰ ਕਹਿੰਦੇ ਹਿਰਦੇ ਦੇ ਵਿੱਚ ਵਸਾਉਣਾ ਕਰ। ਲਿਖਤੀ ਮੁਤਾਬਕ ਇਹਦਾ ਅਰਥ ਹੈ ਸੁਧ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖ ਦਿੱਤਾ, ਕਹਿੰਦੇ ਭਾਈ ਕੋਈ ਕਲਮ ਨਾ ਚੁੱਕੇ, ਇਹ ਗੁਰਬਾਣੀ ਸ਼ੁੱਧ ਹੈ ਸਾਡੀ ਕੀਤੀ ਹੋਈ। ਕਿਉਂ ਉਸ ਸਮੇਂ ਮਿਹਰਬਾਨ ਰਲਾ ਗੜਾ ਕਰਨ ਲੱਗ ਗਿਆ ਸੀ, ਆਪਣੀ ਬਾਣੀ ਉਚਾਰਨ ਲੱਗ ਗਿਆ ਸੀ। ਉਸ ਸਮੇਂ ਨੂੰ ਮੁੱਖ ਰੱਖਦੇ ਮਹਾਰਾਜ ਜੀ ਨੇ ਸੁਧ ਕੀਤੀ। ਸੁਧ ਸੋ ਮਹਾਰਾਜ ਜੀ ਬਖਸ਼ਿਸ਼ ਕਰਨ। ਉਹ ਗੁਰਮੁਖਾਂ ਦਾ ਜੀਵਨ ਸਾਧ ਸੰਗਤ ਜੀ ਬੇਅੰਤ ਬੇਅੰਤ। ਅਸੀਂ ਤਾਂ ਉਹਨਾਂ ਦੇ ਪੈਰ ਦਾ ਜਿਹੜਾ ਨਹੁੰ ਹੁੰਦਾ ਨਾ, ਜਿੱਥੇ ਗੰਦਗੀ ਫਸੀ, ਉਹੋ ਜਿਹਾ ਵੀ ਆਪਣਾ ਜੀਵਨ ਨਹੀਂ। ਉਹਨਾਂ ਨੂੰ ਯਾਦ ਕਰ ਰਹੇ ਰੋਮ ਰੋਮ ਕਰਕੇ ਉਹਨਾਂ ਗੁਰਮੁਖਾਂ ਤੋਂ ਬਲਿਹਾਰ, ਸਤਿਗੁਰੂ ਮਹਾਰਾਜ ਜੀ ਤੋਂ ਬਲਿਹਾਰ ਜੋ ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ। ਸੋ ਮਹਾਰਾਜ ਜੀ ਨੇ ਸਾਧ ਸੰਗਤ ਜੀ ਬੇਅੰਤ ਕਿਰਪਾ ਕੀਤੀ। ਹੁਕਮਨਾਮੇ ਦੇ ਵਿਚਾਰ ਮਹਾਂਪੁਰਖਾਂ ਦਾ ਜੀਵਨ ਸੁਣਾਉਂਦੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਕੀ ਸੰਗਤ ਨੇ ਖਿਮਾ ਕਰ ਦੇਣੀਆਂ। ਅੱਗੇ ਤੋਂ ਸਮਤ ਬਖਸ਼ਣੀ ਜੀ ਲੇਖਾ ਹੈ, ਕਤ ਹੈ ਨਾ ਛੂਟੀ ਹੈ। ਕਿਨ ਕਿਨ ਭੂਲਣ ਹਾਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ। ਸਭ ਆਖੋ ਧੰਨ 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 ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।